जवान जय किसान, जय जवान जय किसान। किसान जथेबंदियों का एकता, मोदी सरकार, मोदी सरकार। तो जो मोदी अज कर रहा, कई प्रधानमंत्री आए, कई प्रधानमंत्री चले गए, पर यह जिहा नलायक प्रधानमंत्री मेरे ख्याल च नहीं आना दोबारा इंडिया च। ਜਿਹੜੇ ਗੱਲਾਂ ਕਰ ਕੇ ਰਾਜਾ ਹੋਗਾ ਉਹ ਝੂਠ ਬੋਲਦਾ ਉਹ ਵਰਗਾ ਪਾਪੀ ਕੌਣ ਹੋਣਾ। ਇਹ ਤਾਂ ਜੀ ਲੰਬਾ ਪੂਰਾ ਹੀ ਚੱਲ ਸਕਦਾ ਜੇ ਉੱਥੇ ਹੀ ਹਟਦਾ ਨਹੀਂ ਮੋਦੀ ਪਿੱਛੇ ਜਗਤ ਤੋਂ ਹੀ ਹਟਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਾਰ-ਵਾਰ ਇਹ ਗੱਲਾਂ ਆਖ ਰਹੇ ਨੇ ਕਿ ਜਿਹੜੇ ਅਸੀਂ ਖੇਤੀ ਕਾਨੂੰਨ ਲੈ ਕੇ ਆਏ ਆ ਇਹਨਾਂ ਨਾਲ ਕਿਸਾਨਾਂ ਦੀਆਂ ਪੈਸਿਆਂ ਦੇ ਨਾਲ ਝੋਲੀਆਂ ਭਰ ਜਾਣਗੀਆਂ। ਝੂਠ ਜਿੰਨਾ ਮਰਜ਼ੀ ਬੁਲਾਉਣਾ, ਉਹ ਮਰ ਗਿਆ ਤਾਂ ਜਦ ਕਹਿੰਦਾ ਮੈਂ ਪਹਾੜ ਤੇ ਲੱਖ ਲੱਖ ਰੁਪਇਆ ਮਕਾਉਂਗਾ, ਲੋਕਾਂ ਦੇ ਫਾਇਦੇ ਕਰ ਦੂੰਗਾ, ਕਹਿੰਦਾ ਦਾ ਉਹ ਕਿੱਥਾ ਮਰ ਗਿਆ। ਖੇਤੀ ਅੱਜ ਕਮਾਈ ਦਾ ਧੰਦਾ ਰਹਿ ਗਈ ਜਾਂ ਨਹੀਂ? ਇਹਦਾ ਘਾਟੇ ਦਾ ਸੌਦਾ ਰਹਿ ਗਿਆ ਜੀ। ਜਦ ਰਾਜਾ ਕਹਿੰਦਾ ਤਾਂ ਮੈਂ ਇਹਦਾ ਕਣਕ ਪਛੇਤਾ ਵੇਚੂੰਗਾ ਨਾ, ਮਹੀਨਾ ਪਿੱਛਾ ਵੇਚੂੰਗਾ, ਮੈਂ 100 ਰੁਪਇਆ ਦਊਂਗਾ, ਵੀ 200 ਰੁਪਇਆ ਦਊਂਗਾ ਬਾਅਦ ਵਿੱਚ। ਹੁਣ ਦੇਉਣਾ ਕੀ ਪੈਸਾ? ਕਹਿੰਦਾ ਬਾਪ ਦਊਗਾ ਡਿਊਟੀਆਂ ਜਿਹੜੀਆਂ ਬਰਫਾਂ ਦੇ ਵਿੱਚ ਅਸੀਂ ਰਹਿ ਕੇ ਆਏ ਆ, ਮਤਲਬ ਲੜਾਈਆਂ ਲੜੀਆਂ। ਇਹਨੇ ਕਿਆ ਸੋਚਿਆ ਕਿ ਮਤਲਬ ਇਹ ਘੱਟ ਕਰਨ ਤੋਂ ਕਰਜ਼ਾ ਜਾਂ ਮਤਲਬ ਇਹਦਾ ਆਰਥਿਕਤਾ ਠੀਕ ਹੋ ਜਾਏਗੀ। ਫਿਰ ਜੇ ਅਸੀਂ ਮਰ ਜੂਗੇ ਫਿਰ ਸਾਰੀ ਜਨਤਾ ਵੀ ਮਰ ਜੂਗੀ। ਤਾਂ ਟੋਪੀ ਵਾਲੇ ਆ ਬਾਦਲ ਰਾਈ ਦਾ ਕਾਇਮੇ ਪੱਕਾ ਮੰਨੀ ਫਿਰਦੇ ਤਾਂ ਟੋਪੀ ਵਾਲੇ ਜਮਾਈ। ਜ਼ਮੀਨਾਂ ਤੁਹਾਡੀਆਂ ਨੇ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਮੀਨਾਂ ਤੁਹਾਡੇ ਹੱਥੋਂ ਖੁੱਸ ਸਕਦੀਆਂ ਨੇ ਇਹਨਾਂ ਕਾਨੂੰਨਾਂ ਕਰਕੇ? ਬਿਲਕੁਲ ਸਾਨੂੰ ਪੂਰਾ ਖਤਰਾ ਹੈ ਜੀ। ਜੋ ਕੁਝ ਅੱਗੇ ਹੋਣੇ ਵਾਲਾ ਨਾ, ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਭਵਿੱਖ ਖਤਮ ਹੋ ਜਾਏਗਾ। ਕਿ ਕਿਸਾਨਾਂ ਦੇ ਨਾਲ ਅੱਜ ਕਿਹੜੀ ਸਿਆਸੀ ਪਾਰਟੀ ਦਿਲੋਂ ਖੜੀ ਹੋਈ ਹੈ? कोई नहीं खड़ी हुई है आज तक। अपनी मन की बात, अपनी मन की क्या मन की बात है भाई? तेरी मेरी मन की बात कुछ नहीं है, पब्लिक की मन की बात कुछ नहीं है। ਇਸ ਮੁੱਦੇ ਨੂੰ ਅਸੀਂ ਜੋ ਹੈ ਪੈਂਡ ਅਪ ਕਰਾ ਕੇ ਹੀ ਰਹਾਂਗੇ, ਚੱਲਣ ਨਹੀਂ ਦਿੰਦੇ ਚਾਹੇ ਮੋਦੀ ਜੋ ਮਰਜ਼ੀ ਕਰੇ। ਅਸੀਂ ਦੂਰ ਤੇ ਚੱਲ ਕੇ ਆ ਗਏ हैं, राधी रोक दे सम्मी के बाहर लोगो, राधी रोक दे सम्मी के बाहर लोगो। ਇਸ ਵੇਲੇ ਅਸੀਂ ਬਨੂੜ ਟੋਲ ਪਲਾਜ਼ਾ ਦੇ ਉੱਤੇ ਖੜੇ ਹਾਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ। ਇੱਥੇ ਉਹਨਾਂ ਨੇ ਨਾਕੇ ਲਾਏ ਹੋਏ ਨੇ, ਵਨ ਰੋਕੇ ਜਾ ਰਹੇ ਨੇ ਤੇ ਢਾਡੀ ਜਥੇਬੰਦੀਆਂ ਤੇ ਹੋਰ ਜਿਹੜੇ ਕਲਾਕਾਰ ਨੇ ਉਹ ਇੱਥੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਨ ਲਈ ਵੀ ਪੁੱਜੇ ਨੇ। ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖੋ ਕਿ ਕਿੱਦਾਂ ਕਿ ਇੱਥੇ ਜਿਹੜੀ ਢਾਡੀ ਜਥੇਬੰਦੀਆਂ ਉਹਨਾਂ ਦੇ ਵੱਲੋਂ ਵੀ ਇੱਥੇ ਗਿੱਦੜ ਮੋਰਾਂ ਨੇ ਪਾਈ ਪਕਾਰ ਲੋਕੋ, ਗਿੱਦੜ ਮੋਰਾਂ ਨੇ ਪਾਈ ਪਕਾਰ ਲੋਕੋ। ਗਿੱਦੜ ਮੋਰਾਂ ਨੇ ਪਾਈ ਪਕਾਰ
ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ। ਪੰਜਾਬ ਤੋਂ ਬਾਹਰ ਵੀ ਹੁਣ ਕਿਸਾਨੀ ਅੰਦੋਲਨ ਲਗਾਤਾਰ ਵੱਧਦਾ ਜਾ ਰਿਹਾ ਤੇ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਵੀ ਲਾਏ ਹੋਏ ਨੇ। ਇਸ ਵੇਲੇ ਅਸੀਂ ਬਨੂੜ ਟੋਲ ਪਲਾਜ਼ਾ ਦੇ ਉੱਤੇ ਖੜੇ ਹਾਂ। ਟੋਲ ਪਲਾਜ਼ਾ ਦੇ ਉੱਤੇ ਲੰਮੇ ਸਮੇਂ ਤੋਂ ਕਿਸਾਨਾਂ ਦੇ ਧਰਨੇ ਚੱਲ ਰਹੇ ਨੇ ਇੱਥੇ ਤੇ ਟੋਲ ਫ੍ਰੀ ਵਾਹਨ ਇੱਥੇ ਚੱਲ ਰਹੇ ਨੇ। ਲੋਕ ਅਸੀਸਾਂ ਦੇ ਕੇ ਵੀ ਕਿਸਾਨਾਂ ਨੂੰ ਇੱਥੋਂ ਲੰਘਦੇ ਨੇ ਤੇ ਇੱਥੇ ਅਖਾੜੇ ਵੀ ਲਾਏ ਜਾ ਰਹੇ ਨੇ ਕਲਾਕਾਰਾਂ ਦੇ ਵੱਲੋਂ। ਆਸਾਰਾਮ ਹੋਰਾਂ ਦਾ, ਬਾਬਾ ਆਸਾਰਾਮ ਹੋਰਾਂ ਦਾ ਅਖਾੜਾ ਪਿੱਛੇ ਉਹਨਾਂ ਨੇ ਲਾਇਆ ਹੋਇਆ ਹੈ। ਕਿਸਾਨਾਂ ਦਾ ਇੱਥੇ ਮਨੋਰੰਜਨ ਵੀ ਕਰ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਜਿਹੜੇ ਕਿਸਾਨ ਹੈਗੇ ਨੇ ਇੱਥੇ ਉਹ ਇਕੱਠੇ ਹੋਏ ਨੇ। ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਕੀ ਨਾਮ ਜੀ? ਹਰਨੇਕ ਸਿੰਘ ਹੈ ਜੀ। ਹਰਨੇਕ ਸਿੰਘ ਜੀ, ਕੇਂਦਰ ਸਰਕਾਰ ਹਾਲੇ ਝੁਕਦੀ ਨਜ਼ਰ ਨਹੀਂ ਆ ਰਹੀ ਹੈਗੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੈਗਾ ਕਿੰਨਾ ਕੁ ਲੰਮਾ ਹੋਰ ਸਮਾਂ ਚੱਲੂਗਾ? ਇਹਦਾ ਜੀ ਲੰਬਾ ਪੂਰਾ ਹੀ ਚੱਲ ਸਕਦਾ ਜੇ ਇੱਥੇ ਹੀ ਹਟਦਾ ਨਹੀਂ। ਮੋਦੀ ਪਿੱਛੇ ਜਗਲ ਤਾਂ ਹੀ ਹਟਦਾ ਨਹੀਂ, ਇਧਰ ਚੱਲੂਗਾ ਜੀ ਸੰਘਰਸ਼ ਲੰਬਾ। ਕਈ ਵਾਰੀ ਜਿਹੜਾ ਸੰਘਰਸ਼ ਲੰਮਾ ਚੱਲਦਾ ਹੈ ਤੇ ਜ਼ਿਆਦਾ ਲੰਮਾ ਚੱਲ ਜਾਏ ਤਾਂ ਕਈ ਸੰਘਰਸ਼ ਕਮਜ਼ੋਰ ਵੀ ਪੈ ਜਾਂਦਾ ਹੈ ਕਈ ਬੰਦੇ, ਕਿਉਂਕਿ ਕਿਸਾਨ ਜਥੇਬੰਦੀਆਂ ਕਈ ਹੈਗੀਆਂ ਪੰਜਾਬ ਦੇ ਵਿੱਚ 31 ਕਿਸਾਨ ਜਥੇਬੰਦੀਆਂ। ਤੁਹਾਨੂੰ ਲੱਗਦਾ ਹੈ ਕਿ ਉਸ ਵਿੱਚ ਲੰਮਾ ਜੇ ਚੱਲਦਾ ਤਾਂ ਕਿਹੜੀ ਗੱਲਾਂ ਦਾ ਖਾਸ ਧਿਆਨ ਰੱਖਣਾ ਨਹੀਂ ਪਏਗਾ? ਕਮਜ਼ੋਰ ਪੈਂਦਾ ਜੀ, ਨਹੀਂ ਕਮਜ਼ੋਰ ਨਹੀਂ ਪੈਂਦਾ। ਕਿਹੜੀ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਸਾਨਾਂ ਸਾਰਾ ਨੂੰ? ਜੀ ਬਸ ਰੌਲਾ ਨਹੀਂ ਕਰਦੇ, ਕਿਸੇ ਗੱਲ ਕੁਝ ਨਹੀਂ ਕਰਦੇ, ਸ਼ਾਂਤਮਈ ਕੰਮ ਕਰਦੇ ਠੀਕ ਹੈ, ਬੈਠੇ ਜੀ। ਤੇ ਜਿਸ ਹਿਸਾਬ ਨਾਲ ਮੋਦੀ ਸਾਹਿਬ ਨੇ ਬਿਹਾਰ ਦੇ ਵਿੱਚ ਕਿਹਾ ਕਿ ਅਸੀਂ ਧਾਰਾ 370 ਤੇ ਖੇਤੀ ਕਾਨੂੰਨ ਵਾਪਸ ਨਹੀਂ ਲਵਾਂਗੇ, ਪ੍ਰਧਾਨ ਮੰਤਰੀ ਜੀ ਦੇ ਰਵੱਈਏ ਨੂੰ ਤੁਸੀਂ ਕਿਵੇਂ ਵੇਖਦੇ ਹੋ? ਮਾੜਾ ਦੇਖਦੇ ਜੀ, ਪੂਰਾ ਮਾੜਾ ਦੇਖਦੇ, ਪੂਰਾ ਮਾੜਾ ਹੈ। ਜ਼ਿਮੀਂਦਾਰ ਮਜ਼ਦੂਰ ਮਰ ਜੂਗੇ, ਫਿਰ ਜੇ ਅਸੀਂ ਮਰ ਜੂਗੇ ਫਿਰ ਸਾਰੀ ਜਨਤਾ ਵੀ ਮਰ ਜੂਗੀ। ਕੀ ਚਾਹੁੰਦੇ ਹੋ ਤੁਸੀਂ ਅਸੀਂ ਚਾਹੁੰਦੇ ਜੀ ਆਪਣੇ ਕਾਨੂੰਨ ਵਾਪਸ ਲਵੇ, ਸਾਨੂੰ ਆਪਣਾ ਕਰਕੇ ਖਾਣ ਦੇਵੇ ਰੋਟੀ। ਗਰੀਬ ਲੋਕ ਅਸੀਂ ਆਪਣੀ ਰੋਟੀ ਬਣਾਉਣੇ ਖਾਣੇ। ਤੁਹਾਡਾ ਕੀ ਨਾਮ ਜੀ? ਗੁਰਮੀਤ ਸਿੰਘ ਆ ਜੀ। ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਦੀ ਹਾਲਤ ਕਿਵੇਂ ਸੁਧਾਰੀ ਜਾ ਸਕਦੀ ਹੈ? ਸਰਕਾਰ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ? ਇਹ ਜੀ ਤੇ ਉੱਪਰ ਰੇਟ ਦੇ ਦੇਵੇ ਸਾਨੂੰ, ਜਿਹੜਾ ਰੇਟ ਬੰਨਿਆ ਹੋਇਆ ਇਹ ਤੇ ਉੱਪਰ ਦਵੇ, ਫਿਰ ਵਪਾਰੀ ਖਰੀਦ ਲਵੇ। ਇਹ ਤਾਂ ਖਰੀਦ ਰਹੇ ਆ, ਖਬਰ ਇਹਨਾਂ ਨੇ 1000 ਰੁਪਏ ਨੂੰ ਸਾਨੂੰ ਖਰੀਦਣੀ ਹੈ, 7000 ਨੂੰ ਆ ਜਨਤਾ ਨੂੰ ਦੇਣੀ ਹੈ। ਅਸੀਂ ਤਾਂ ਮਾਰੇ, ਜਨਤਾ ਵੀ ਮਾਰੀ ਗਈ, ਅਸੀਂ ਵੀ ਮਾਰੇ ਗਏ। ਆਹ ਗੱਲ ਹੈ ਜੀ। ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਵੱਈਏ ਤੋਂ ਤੁਹਾਨੂੰ ਕੀ ਲੱਗ ਰਿਹਾ ਕਿ ਸਰਕਾਰ ਝੁਕੇਗੀ, ਕੇਂਦਰ ਸਰਕਾਰ, ਜਾਂ ਇਹ ਅੰਦੋਲਨ ਹੋਰ ਲੰਮਾ ਚੱਲੂਗਾ? ਇਹ ਤਾਂ ਝੁਕਣਾ ਪੈਣਾ ਜੀ, ਝੁਕਣਾ ਪੈਣਾ। ਨਹੀਂ ਚਾਹੋ ਇਹ ਜਨਤਾ ਮਰ ਜਾਵੇ, ਚਾਹੋ ਮੋਦੀ ਮਰੇ, ਹਟਦੇ ਨਹੀਂ ਪਿੱਛੇ। ਉਰੇ ਤੇ ਫਿਰ ਦਿੱਲੀ ਨੂੰ ਤੁਰੂਗੇ ਜੀ। ਹੁਣ ਹਾਲੇ ਦੇਖਦੇ ਆ ਅਸੀਂ ਹੋਰ ਥੋੜੇ ਦਿਨ, ਜਿੱਦਣ ਕੋਈ ਜੂਨੀਅਰ ਆਂਦਾ ਸਾਨੂੰ ਹੋ ਗਿਆ ਲਾਣ, ਫਿਰ ਦਿੱਲੀ ਨੂੰ ਜਾਊਂਗੇ ਜੀ। ਠੀਕ ਹੈ। ਸਾਣਾ ਬਾਲ ਬੱਚੇ, ਕੁੜੀਆਂ, ਕਤਰੀਆਂ, ਜਿਹੜੇ ਯੋਧੇ ਬੰਦੇ ਜਾਊਂਗੇ ਜੀ ਇੱਕ ਵਾਰ, ਫਿਰ ਦੇਖਾਂਗੇ ਵੀ ਜਿਹੜਾ ਕੁਛ ਹੁੰਦਾ ਹੋਈ ਜੀ ਭਾਈ। ਠੀਕ ਹੈ। ਤੇ ਜਿੱਦਾਂ ਪੰਜਾਬ ਦੀ ਧਰਤੀ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕਰਦੀਆਂ ਨੇ ਕੇਂਦਰ ਸਰਕਾਰਾਂ ਦੇ ਉੱਤੇ ਗੰਭੀਰ ਇਲਜ਼ਾਮ ਵੀ ਲੱਗਦੇ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਨਾਲ ਇਹਦਾ ਧੱਕਾ ਕਿਉਂ ਹੁੰਦਾ ਹੈ? ਇਹ ਤਾਂ ਜੀ ਜੱਦੀ ਦਿੱਲੀ ਜੰਮੀ ਹੈ, ਸਾਰੇ ਸਿੱਖ ਲੋਕਾਂ ਨਾਲ ਪੰਜਾਬ ਦੇ ਨਾਲ ਧੱਕਾ ਹੀ ਕਰਦੇ। ਪੰਜਾਬ ਵਿੱਚ ਕੋਈ ਬੰਦਾ ਹੈ ਉਹਨੂੰ ਪੰਜਾਬ ਨਾਲ ਧੱਕਾ ਹੀ ਕਰਦੇ, ਜੱਦੀ ਦਿੱਲੀ ਜੰਮੀ। ਪੁਰਾਣੀਆਂ ਖੋਲ ਲਓ ਤੁਸੀਂ ਕਿਤਾਬਾਂ, ਗੁਰੂਆਂ ਗੱਲ ਵੀ ਇਹਨਾਂ ਨੇ ਫਿਰ ਦਿੱਲੀ ਦਾ ਧੱਕਾ ਉਰਾ ਕਰਦੇ ਰਹੇ ਸਾਡੇ ਗੱਲ। ਸਾਰਾ ਦਿੱਲੀ ਜ਼ਿਆਦਾ ਪਿੱਛੇ ਪੈਂਦੀ ਸਿੱਖਾਂ ਦੇ। ਇਸ ਵੇਲੇ ਜੋ ਲੱਗ ਰਿਹਾ ਕਿ ਦਿੱਲੀ ਦਾ, ਕੇਂਦਰ ਸਰਕਾਰ ਦਾ ਪੰਜਾਬ ਦੇ ਨਾਲ ਸਿੱਧਾ ਟਕਰਾਅ ਨਜ਼ਰ ਆ ਰਿਹਾ ਹੈਗਾ ਤੇ ਇਹਦੇ ਵਿੱਚ ਕਿਸਾਨੀ ਅੰਦੋਲਨ ਨੂੰ ਵੀ ਹੁਣ ਕਾਫੀ ਸਮਾਂ ਹੋ ਚੁੱਕਾ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਕਿ ਅੰਦੋਲਨ ਲੰਮਾ ਚੱਲੂਗਾ ਤੇ ਜਦ ਤੱਕ ਸਰਕਾਰ ਨਹੀਂ ਚੁੱਕਦੀ ਹੈਗੀ ਉਹਨਾਂ ਚਿਰ ਇਹ ਅੰਦੋਲਨ ਜਾਰੀ ਰਹੇਗਾ, ਲੇਕਿਨ ਪੰਜਾਬ ਦਾ ਇਹਦੇ ਵਿੱਚ ਨੁਕਸਾਨ ਹੋ ਰਿਹਾ ਹੈ? ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਨੇ ਨੁਕਸਾਨ ਤਾਂ ਹੋ ਰਿਹਾ ਜੀ। ਹੁਣ ਕਰੀਏ ਵੀ ਕਿਆ, ਕੋਈ ਸਾਡੇ ਪਾਸ ਸਾਧਨ ਨਹੀਂ ਹੋਰ। ਰੋਟੀ ਦਾ ਆਹੀ ਸਾਧਨ ਹੈ। ਜਿਹੜੇ ਨਿਆਣੇ ਦੇ ਪੜ੍ਹੇ ਲਿਖੇ ਉਹ ਬਾਹਰ ਚਲੇ ਗਏ, ਅਸੀਂ ਆਪਣਾ ਉਰੇ ਮਾੜੀ ਮੋਟੀ ਰੋਟੀ ਰੋਜ਼ ਹੀ ਰੋਲਦੇ ਹਾਂ। ਇਹ ਸਾਨੂੰ ਜਦ ਤੰਗ ਕਰਦੇ, ਹੁਣ ਅਸੀਂ ਜਾਊਂਗੇ ਵੀ ਕਿੱਥੇ ਨੂੰ, ਘਰ ਛੱਡ ਕੇ। ਹੁਣ ਤਾਂ ਤੁਹਾਨੂੰ ਪਤਾ ਹੀ, ਇਹਦੇ ਬਾਅਦ ਤਾਂ ਫਿਰ ਦੂਏ ਸਮਾਨ ਚੱਕਣਾ ਪੈਣਾ, ਖੰਡਾ ਹੀ ਚੱਕਣਾ ਪਊਗਾ ਜੀ ਇਹਦੇ ਬਾਅਦ। ਹੁਣ ਹੋਰ ਕੋਈ ਨਹੀਂ ਹੈਗਾ। ਇਹਦੇ ਗੱਲ ਕਿੰਨੀਆਂ ਮਿੰਨਤਾਂ ਤਰਲੀਆਂ ਕਰ ਲਏ ਲੋਕਾਂ ਨੇ ਬਥੇਰੇ, ਇਹਨੂੰ ਕੋਈ ਸੁਣਦਾ ਹੀ ਨਹੀਂ ਕਿਸੇ ਦੀ ਗੱਲ। ਸੋ ਵੱਡਾ ਖਦਸ਼ਾ ਤੁਹਾਨੂੰ ਕੀ ਲੱਗ ਰਿਹਾ ਕਿ ਜਿਹੜੇ ਕੇਂਦਰ ਕਾਨੂੰਨ ਲੈ ਕੇ ਆਈ ਹੈ ਉਹਨਾਂ ਦੇ ਵਿੱਚ ਕੀ ਮਾੜੀ ਗੱਲ ਹੈਗੀ? ਸਭ ਸਾਰਾ ਹੀ ਮਾੜਾ ਹੈ ਜੀ, ਸਾਰਾ ਹੀ ਮਾੜਾ ਹੋ। ਜਦ ਆਪਾਂ ਇੱਕ ਕਹਿੰਦੇ ਵੀ ਜੀ ਸਾਨੂੰ ਪਸੰਦ ਨਹੀਂ, ਤੂੰ ਕਾਹਨੂੰ ਸਾਡੇ ਗਲ ਪਾਉਣਾ? ਜਦ ਸਾਨੂੰ ਇੱਕ ਚੀਜ਼ ਪਸੰਦ ਨਹੀਂ, ਉਹਨੂੰ ਕਾਹਨੂੰ ਸਾਡੇ ਪਰ ਧੱਕੇ ਗੱਲ ਠੋਕੀ ਜਾਂਦਾ? ਉਹਨੂੰ ਆਪਣਾ ਫਾਇਦਾ, ਉਹਨੂੰ ਆਪਣਾ ਰੱਖ, ਉਹਨੂੰ ਘੱਟ, ਅਸੀਂ ਆਪਣੀ ਰੋਟੀ ਖਾਈਏ ਕਰਕੇ। ਇੱਕ ਪਾਸੇ ਕਿਸਾਨ ਸੜਕਾਂ ਦੇ ਉੱਤੇ ਬੈਠੇ ਨੇ, ਦੂਜੇ ਪਾਸੇ ਕੇਂਦਰ ਦੇ ਕਈ ਮੰਤਰੀ ਹੋ ਗਏ, ਬੀਜੇਪੀ ਵਾਲੇ ਹੋ ਗਏ, ਉਹ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰਦੇ ਨਜ਼ਰ ਆਉਂਦੇ ਨੇ। ਉਹ ਝੂਠੇ ਕਰਦੇ ਜੀ, ਝੂਠੇ, ਸਾਨੂੰ ਬੁੱਧੂ ਬਣਾਉਣੇ। ਹੁਣ ਕੋਈ ਬੁੱਧੂ ਨਹੀਂ, ਸਭ ਲੋਕ ਪੜ੍ਹੇ ਲਿਖੇ, ਬੜੇ ਬੜੇ ਨਿਆਣੇ ਸਾਡੇ ਵੀ ਉੱਪਰ ਬੈਠੇ, ਦਿੱਲੀ ਵੀ ਬੈਠੇ, ਉਹ ਸਾਨੂੰ ਸਾਰਾ ਪਤਾ ਹੈ ਗੱਲਾਂ ਬਾਰੇ। ਕਿਸੇ ਨੂੰ ਚੱਕਰ ਮੈਂ ਪਾਉਣਾ ਉਹਦਾ ਚੰਗਾ ਨਹੀਂ। ਬਾਬਾ ਜੀ ਤੁਹਾਡਾ ਕੀ ਨਾਮ?
ਸਲਿੰਦਰ ਸਿੰਘ ਆ ਜੀ। ਅੱਛਾ ਜੀ, ਅੱਜ ਥੋੜਾ ਜਿਹਾ ਆ ਜਾਓ ਜੀ, ਕੋਈ ਆ ਜਾਓ। ਤੇ ਹਾਂਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕੱਲ ਜਿਵੇਂ ਦਿੱਲੀ ਦੇ ਵਿੱਚ ਧਰਨਾ ਦਿੱਤਾ ਗਿਆ, ਤੁਹਾਨੂੰ ਲੱਗਦਾ ਹੈ ਕਿ ਅਜੇ ਧਰਨਿਆਂ ਦਾ ਸਿਆਸਤਦਾਨਾਂ ਵੱਲੋਂ ਦਿੱਲੀ ਦੇ ਵਿੱਚ ਕੋਈ ਅਸਰ ਨਜ਼ਰ ਆਊਗਾ? ਦੇਖੋ ਜਦੀ ਰੋਂਗੇ ਮਾਂ ਦੁੱਧ ਜਦੀ ਚੁੰਗਦੇ ਦੰਦੀ ਚੁੰਗਣੇ ਨੂੰ ਜਦੀ ਸੋਣਾ ਪਿੱਟੂਗੇ ਰੋਂਗੇ ਸਾਰੇ ਟੋਡੀਆਂ ਇੱਕ ਲਾਗ ਲੱਗੂਗੇ ਇੱਕ ਸਾਥ ਲੱਗੂਗੀਆਂ ਤਾਂ ਹੀ ਕੁਝ ਫਰਕ ਪਊਗਾ ਜੀ। ਰਿਪੋਰਟ ਆਊਗੀ ਜੀ ਉਹਦੀ, ਫਿਰ ਫਰਕ ਦੇਖਦੇ ਪਊ। ਸਾਨੂੰ ਰਿਪੋਰਟ ਤਾਂ ਆਊਗੀ, ਉਹ ਅੱਜ ਕੱਲ੍ਹ ਚ ਆ ਜੂਗੀ ਉਹਦੀ। ਵੀ ਕਿਆ ਜਦ ਪ੍ਰੋਗਰਾਮ? ਪਹਿਲਾਂ ਸਾਡੀ ਕਣਕ ਵਿਕਦੀ ਸੀ ਕਿ ਹੁਣ ਕਿਆ ਹੋ ਗਿਆ ਸੱਪ ਲੜ ਗਿਆ ਹੁਣ ਵੀ ਵਿਕ ਸਕਦੀ ਆ। ਹੁਣ ਸਾਰੇ ਨਾ ਕਾਨੂੰਨ ਲਾਗੂ ਕਰੇ ਉਸ ਪਾੜ ਤੇ ਜ਼ਿਮੀਦਾਰ ਵੇ ਘਰ ਬੈਠੋਗੇ ਸਾਰਾ ਪੰਜਾਬ ਸ਼ਾਂਤੀ ਆ ਜੂਗੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਾਰ-ਵਾਰ ਇਹ ਗੱਲਾਂ ਆਖ ਰਹੇ ਨੇ ਕਿ ਜਿਹੜੇ ਅਸੀਂ ਖੇਤੀ ਕਾਨੂੰਨ ਲੈ ਕੇ ਆਏ ਆ, ਇਹਨਾਂ ਨਾਲ ਕਿਸਾਨਾਂ ਦੀਆਂ ਪੈਸਿਆਂ ਦੇ ਨਾਲ ਝੋਲੀਆਂ ਭਰ ਜਾਣਗੀਆਂ। ਝੂਠ ਜਿੰਨਾ ਮਰਜ਼ੀ ਬੁਲਾਉਣਾ, ਉਹ ਮਰ ਗਿਆ ਤਾਂ ਜਦ ਕਹਿੰਦਾ ਮੈਂ ਪਹਾੜ ਤੇ ਲੱਖ ਲੱਖ ਰੁਪਇਆ ਮਕਾਉਂਗਾ ਲੋਕਾਂ ਦੇ ਫਾਇਦੇ ਕਰ ਦੂੰਗਾ ਕਹਿੰਦਾ ਦਾ ਉਹ ਕਿੱਥਾਂ ਮਰ ਗਿਆ? ਕਾਲੇ ਧਨ ਵਾਲਾ 15 ਲੱਖ ਉਹਦਾ ਕਿੱਥੇ ਗਿਆ? ਕੱਲੇ ਕੱਲੇ ਬੰਦੇ ਨੂੰ ਕਹਿੰਦਾ ਤਾਂ ਕਹਿੰਦਾ ਕੱਲੇ ਕੱਲੇ ਬੰਦੇ ਦੇ ਅਕਾਊਂਟ 'ਚ 15 ਲੱਖ ਆਊਗਾ ਕਾਲਾ ਧਨ। ਉਹ ਕਿੱਥੇ ਗਿਆ ਜੀ? ਉਹ ਕਿੱਥੇ ਗਿਆ? ਹੁਣ ਉਹਦੀ ਗੱਲ ਹੁਣ ਤੁਸੀਂ ਸੱਚ ਮੰਨ ਲੂਗੇ? ਇੱਕ ਨੂੰ ਲਾਗੂ ਹੋ ਜਾਊਗਾ, ਅਸੀਂ ਬਾਅਦ ਹੀ ਪਿੱਟੀ ਜਾਊਂਗੇ, ਫੇਰ ਕੀ ਬਣੂਗਾ ਸਾਰਾ? ਆਪਾਂ ਭਾਰਤ ਦੇ ਲੋਕਾਂ ਨੇ ਸੱਤਾ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਵੀ ਦੇਖ ਲਈਆਂ, ਗੱਠਜੋੜ ਸਰਕਾਰਾਂ ਵੀ ਦੇਖ ਲਈਆਂ, ਹੁਣ ਪੂਰੀ ਤਰ੍ਹਾਂ ਆਪਾਂ ਬੀਜੇਪੀ ਐਨਡੀ ਦੀ ਗੱਲ ਕਰੀਏ ਤਾਂ ਸਾਰੇ ਐਮਪੀ ਭਾਜਪਾ ਦੇ ਰਹਿ ਗਏ ਨੇ ਉਹਦੇ ਵਿੱਚ। ਤੇ ਕਿਹੜੀ ਸਰਕਾਰ ਸਾਡੇ ਦੇਸ਼ ਦਾ ਭਲਾ ਕਰ ਸਕਦੀ? ਕੀ ਲੱਗਦਾ ਤੁਹਾਨੂੰ, ਕੀ ਹੋਣਾ ਚਾਹੀਦਾ ਹੈ? ਹੁਣ ਤਾਂ ਅਸੀਂ ਭਲੇ ਵਾਲੇ ਦੀ ਕੋਈ ਨਹੀਂ ਸੋਚਦਾ, ਜਿਹੜਾ ਸਾਡੀ ਮੁਰਦਾ ਚੱਕ ਰਹੇ ਉਹ ਸਾਰਾ ਆਪਣਾ ਪੂਰਾ ਕੰਮ ਹੋਣਾ ਚਾਹੀਦਾ, ਉਹਦੀ ਬਾਅਦ ਵੀ ਸੋਚੂਗੇ ਕੀ ਹੁੰਦਾ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਅੰਦੋਲਨ ਕਰ ਰਹੇ ਨੇ, ਸਾਰੇ ਜਥੇਬੰਦੀਆਂ ਪਹਿਲੀ ਵਾਰੀ ਇਕਜੁੱਟ ਹੋਈਆਂ ਨੇ, ਕੀ ਕਿਸਾਨਾਂ ਦੇ ਵਿੱਚੋਂ ਕੋਈ ਨੇਤਾ ਚੰਗਾ ਉੱਭਰਨਾ ਚਾਹੀਦਾ ਹੈ? ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਲੀਡ ਕਰਨੀ ਚਾਹੀਦੀ ਹੈ। ਮੰਦੀ ਲੱਗਦੀ ਜ਼ਿਮੀਦਾਰਾਂ ਨਾਲ ਆਪੇ ਖੜ ਜਾਣਾ। ਉੱਭਰੂਗਾ ਜੀ, ਉੱਭਰੂਗਾ। ਤੁਹਾਨੂੰ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਸਭ ਤੋਂ ਸਿਆਣਾ ਨੇਤਾ ਕਿਹੜਾ ਲੱਗਦਾ ਹੈ? ਦੇਖਦੇ ਜੀ, ਹੁਣ ਬਣਾਉਂਗੇ, ਨਵਾਂ ਬਣਾਉਂਗੇ। ਹੁਣ ਤਾਂ ਪੁਰਾਣੇ ਤਾਂ ਦੇਖ ਲਏ ਜੀ, ਪੁਰਾਣੇ ਤਾਂ ਦੇਖ ਲਏ ਜੀ, ਹੁਣ ਨਵਾਂ ਬਣਾ। ਬਾਬਾ ਜੀ ਤੁਹਾਡਾ ਕੀ ਨਾਮ? ਬਿਮਾਰ ਅੱਛਾ, ਬਿਮਾਰ ਹੋ ਗਏ, ਚਲੋ ਕੋਈ ਗੱਲ ਨਹੀਂ। ਠੀਕ ਹੈ, ਸੋ ਤੁਸੀਂ ਦੇਖਿਆ ਕਿ ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਦਾ ਜਿਹੜਾ ਭਰੋਸਾ ਹੈਗਾ ਪੁਰਾਣੀਆਂ ਸਰਕਾਰਾਂ ਤੋਂ ਟੁੱਟਿਆ ਹੈਗਾ, ਇਸ ਕਰਕੇ ਉਹ ਚਾਹੁੰਦੇ ਨੇ ਕਿ ਇੱਥੇ ਖੇਤਰਵਾਦ ਦੀ ਜਿਹੜੀ ਸਿਆਸਤ ਹੈਗੀ ਹੈ ਉਭਰੇ। ਹੋਰ ਵੀ ਜਿਹੜੇ ਕਿਸਾਨ ਵੀਰ ਨੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਕੀ ਨਾਮ ਜੀ? ਗੁਰਚਰਨ ਸਿੰਘ ਜੀ। ਗੁਰਚਰਨ ਸਿੰਘ ਜੀ, ਖੇਤੀ ਅੱਜ ਕਮਾਈ ਦਾ ਧੰਦਾ ਰਹਿ ਗਈ ਜਾਂ ਨਹੀਂ? ਇਹਦਾ ਘਾਟੇ ਦਾ ਸੌਦਾ ਰਹਿ ਗਿਆ ਜੀ। ਘਾਟੇ ਦਾ ਸੌਦਾ? ਹਾਂਜੀ ਹਾਂ, ਕੋਈ ਤੇ ਝੋਨੇ ਦੀ ਜਿਹੜੀ ਫਸਲ ਹੈਗੀ ਆ ਉਹਦਾ ਬਣਦਾ ਮੁੱਲ ਮਿਲ ਰਿਹਾ? ਹਾਂਜੀ ਹੁਣ ਤਾਂ ਮਿਲ ਰਿਹਾ, ਅੱਗੇ ਨੂੰ ਆਸ ਨਹੀਂ ਹੈਗੀ। ਅੱਗੇ ਨੂੰ ਆਸ ਨਹੀਂ ਲੱਗਦੀ? ਹਾਂਜੀ ਹਾਂਜੀ ਹਾਂ। ਤੇ ਕਣਕ ਤੇ ਝੋਨੇ ਉੱਤੇ ਐਮਐਸਪੀ ਮਿਲਦੀ ਰਹੀ ਹੈ, ਘੱਟੋ ਘੱਟ ਸਮਰਥਨ ਮੁੱਲ। ਹੁਣ ਮੰਨਿਆ ਜਾ ਰਿਹਾ ਕਿ ਇਹ ਸਮਰਥਨ ਮੁੱਲ ਸ਼ਾਇਦ ਆਉਣ ਵਾਲੇ ਸਮੇਂ 'ਚ ਬੰਦ ਹੋ ਜੇ। ਕਿਸਾਨ ਕੀ ਚਾਹੁੰਦੇ ਨੇ, ਕਿ ਐਮਐਸਪੀ ਚਾਹੁੰਦੇ ਨੇ ਜਾਂ ਕੁਝ ਹੋਰ ਮੰਗ ਹੈਗੀ ਹੈ? ਕਿਸਾਨ ਦਾ ਸਵਾਮੀਨਾਥਨ ਦੀ ਰਿਪੋਰਟ ਮੰਗ ਰਹੇ ਆ ਜੀ, ਵੀ ਉਹ ਲੱਗੀ ਹੋਣੀ ਚਾਹੀਦੀ ਹੈ। ਮੋਦੀ ਸਾਹਿਬ ਨੇ ਵਾਅਦਾ ਕਰਿਆ ਪਹਿਲਾਂ। ਠੀਕ ਹੈ ਜੀ। ਹਾਂ 2014 ਚ ਜਦ ਰਾਜਾ ਕਹਿੰਦਾ ਤਾਂ ਮੈਂ ਕਣਕ ਪਿਛੇਤਾ ਵੇਚੂੰਗਾ ਨਾ, ਮਹੀਨਾ ਪਿੱਛਾ ਵੇਚੂੰਗਾ, ਮੈਂ 100 ਰੁਪਇਆ ਦਊਂਗਾ, ਵੀ 200 ਰੁਪਇਆ ਦਊਂਗਾ ਬਾਅਦ ਵਿੱਚ। ਹੁਣ ਦੇਉਣਾ ਕੀ ਪੈਸਾ? ਉਹ ਕਿੱਥਾ ਗਏ ਉਹਦੀ ਗੱਲਾਂ? ਜਾਂ ਕਹਿੰਦਾ ਮੈਂ ਜ਼ਿਮੀਦਾਰ ਦੇ ਕਰਜ਼ੇ ਮਾਫ ਕਰ ਦੂੰਗਾ, ਹੁਣ ਕਿਹੜਾ ਕਰਜ਼ਾ ਮਾਫ ਕਰਿਆ? ਕਹਿੰਦਾ ਮੈਂ ਸਭ ਛੋਟੇ ਦੇ ਲੈ ਕੇ ਬੜੇ ਤੱਕ ਕਰਜ਼ਾ ਮਾਫ ਕਰੂੰਗਾ, ਹੁਣ ਕਿੱਥਾ ਭੱਜ ਗਿਆ ਉਹ? ਠੀਕ ਹੈ ਜੀ। ਜਿਹੜੇ ਗੱਲਾਂ ਕਰ ਕੇ ਰਾਜਾ ਹੋਗਾ ਉਹ ਝੂਠ ਬੋਲਦਾ, ਉਹ ਵਰਗਾ ਪਾਪੀ ਕੌਣ ਹੋਣਾ? ਅਕਾਲੀ ਦਲ ਦਾ ਰਵੱਈਆ ਤੁਸੀਂ ਕਿਵੇਂ ਦੇਖਦੇ ਹੋ? ਉਹਨਾਂ ਨੇ ਤਾਂ ਕੁਰਸੀ ਵੀ ਛੱਡ ਦਿੱਤੀ ਤੇ ਭਾਈਵਾਲੀ ਵੀ ਤੋੜਤੀ। ਹਾਂਜੀ ਹੁਣ ਤਾਂ ਬਈ ਉਹ ਤਾਂ ਮੌਦੇ ਵਾਲੇ ਹੀ ਆ, ਉਹ ਤਾਂ ਟੋਪੀ ਵਾਲੇ ਆ ਬਾਦਲ ਰਾਈ ਤਾਂ। ਉਹ ਤਾਂ ਐਵੇਂ ਪੱਗਾਂ ਬੰਨੀ ਫਿਰਦੇ ਆ, ਤਾਂ ਟੋਪੀ ਵਾਲੇ ਆ ਜਮਾਂ ਹੀ। ਅੱਛਾ ਜੀ। ਹਾਂ, ਤੁਹਾਨੂੰ ਲੱਗਦਾ ਹੈ ਕਿ ਜੋ ਨਜ਼ਰ ਆ ਰਿਹਾ ਉਹ ਹਕੀਕਤ ਨਹੀਂ ਹੈਗੀ ਅਕਾਲੀ ਦਲ ਦੀ? ਪੱਕਾ ਰਲਿਆ ਉਹਦਾ ਬਕਾਊ ਮਾਲ ਹੈ ਜੀ ਇਹ। ਪਰ ਸੁਖਬੀਰ ਸਿੰਘ ਬਾਦਲ ਤਾਂ ਕਹਿ ਰਹੇ ਨੇ ਮੈਂ ਕਿਸਾਨਾਂ ਦਾ ਪੋਤਾ। ਇਹ ਬਕਾਊ ਮਾਲ ਹੈ ਜੀ, ਇਹਨਾਂ ਨੇ ਕਰਾਇਆ ਇਹ ਕੰਮ ਸਾਰਾ। ਜੇ ਨਾ ਰਲਦੇ ਨਾ ਉਹਨਾਂ ਗੱਲ, ਉਹਨਾਂ ਦੀ ਕਿਆ ਜਾਇਜ਼? 3 ਤਖਤਾਂ ਤੋਂ ਮਾਰਚ ਕੱਢੇ ਗਏ ਅਕਾਲੀ ਦਲ ਦੇ ਵੱਲੋਂ, ਟਰੈਕਟਰਾਂ ਦੇ ਉੱਤੇ ਰੈਲੀਆਂ ਵੀ ਕੱਢੀਆਂ ਗਈਆਂ ਨੇ। ਇਹਦਾ ਜੀ ਸਭ ਝੂਠ ਤੂਫਾਨ ਹੈ। ਇਹਦਾ ਝੂਠ ਬੋਲਦੇ ਆਪਣਾ ਅੱਗੇ ਨੂੰ ਆਉਣੇ ਨੂੰ, ਵੋਟਾਂ ਨੂੰ ਫਿਰਦੇ। ਇਹਨਾਂ ਨੂੰ ਕੋਈ ਸਾਡੇ ਖਾਤਰ ਕਿਸੇ ਦਾ ਉਹ ਨਹੀਂ। ਇਹ ਤਾਂ ਆਪਣੀਆਂ ਕੱਪੀਆਂ ਡਾਹੀਂ ਖੜੇ ਵੀ ਅਸੀਂ ਕਦ ਫੇਰ ਆਈਏ, ਇਹ ਆਉਂਗੇ ਨਹੀਂ ਹੁਣ। ਸੋ ਤੁਸੀਂ ਦੇਖਿਆ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਝੂਠ ਬੋਲ ਰਹੇ ਨੇ, ਪਖੰਡ ਕਰ ਰਹੇ ਨੇ। ਕਿਸਾਨ ਕਾਫੀ ਜਾਗਰੂਕ ਹੋਏ ਨੇ, ਉਹਨਾਂ ਨੂੰ ਪਤਾ ਹੈ ਕਿ ਜਿਹੜੇ ਸਮੇਂ ਦੀ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਹੋਰ ਵੀ ਕਿਸਾਨ ਵੀਰਾਂ ਨਾਲ ਗੱਲਬਾਤ ਕਰਾਂਗੇ ਅਸੀਂ। ਸਤਿ ਸ਼੍ਰੀ ਅਕਾਲ ਬਾਬਾ ਜੀ, ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਜਗੀਰ ਸਿੰਘ, ਪਿੰਡ ਰਾਮਪੁਰ ਖੁਰਦ। ਠੀਕ ਹੈ ਜਗੀਰ ਸਿੰਘ ਜੀ, ਸ਼ੁਰੂ ਤੋਂ ਖੇਤੀ ਨਾਲ ਜੁੜੇ ਹੋਏ ਤੁਸੀਂ? ਹਾਂ ਜੀ ਹਾਂ, ਖੇਤੀ ਗੱਲ। ਠੀਕ ਹੈ,
ਖੇਤੀ ਦੇ ਵਿੱਚ ਕਿਸਾਨਾਂ ਦੀ ਜਿਹੜੀ ਹਾਲਤ ਪੰਜਾਬ ਦੇ ਵਿੱਚ ਆਪਾਂ ਦੇਖੀਏ, ਖੁਦਕੁਸ਼ੀਆਂ ਕਰਦੇ ਰਹੇ ਨੇ ਕਿਸਾਨ ਤੇ ਐਮਐਸਪੀ ਵੀ ਮਿਲਦੀ ਰਹੀ ਹੈ, ਘੱਟੋ ਘੱਟ ਸਮਰਥਨ ਮੁੱਲ ਮਿਲਦਾ ਰਿਹਾ, ਪਰ ਖੁਦਕੁਸ਼ੀਆਂ ਤਾਂ ਵੀ ਹੁੰਦੀਆਂ ਰਹੀਆਂ। ਅੱਜ ਜਿਹੜੀ ਸਿਆਸਤਦਾਨ ਕਹਿ ਰਹੇ ਨੇ ਕਿ ਅਸੀਂ ਐਮਐਸਪੀ ਖਤਮ ਨਹੀਂ ਹੋਣ ਦਿਆਂਗੇ, ਤੁਹਾਨੂੰ ਲੱਗਦਾ ਹੈ ਕਿ ਐਮਐਸਪੀ ਨਾਲ ਮਸਲਾ ਹੱਲ ਹੋਊਗਾ? ਐਮਐਸਪੀ ਫਸਲਾਂ ਦਾ ਰੇਟ नहीं मिलता जी, ढाई रेट मतलब 2000 का क्विंटल है कणक थैला। अच्छा, कणक का रेट 1800 रुपये, इस करके जिमींदार सारा घाटे में जा रहा है, ਜ਼ਿਮੀਦਾਰ घाटे में बहुत जा रहा। ये मोदी ने काले कानून हिंदुस्तान वास्ते लागू कर दे तो इस विच जिमींदार मजदूर गरीब अमीर सारा खत्म कर दे। ਜਿੱਦਾਂ ਕਿ ਮੰਨਿਆ ਜਾ ਰਿਹਾ ਕਿ ਇਹਨਾਂ ਕਾਨੂੰਨਾਂ ਕਰਕੇ ਜਿਹੜਾ ਕਿਸਾਨਾਂ ਦਾ ਆੜ੍ਹਤੀਆਂ ਦੇ ਨਾਲ ਰਿਸ਼ਤਾ ਹੈਗਾ ਉਹ ਰਿਸ਼ਤਾ ਟੁੱਟ ਜਾਏਗਾ, ਆੜ੍ਹਤੀ ਖਤਮ ਹੋ ਜਾਣਗੇ ਤੇ ਕੇਂਦਰ ਸਰਕਾਰ ਤਾਂ ਉਹਨਾਂ ਨੂੰ ਵਿਚੋਲੀਏ ਕਹਿ ਰਹੀ ਹੈ, ਚੋਰ ਤੱਕ ਵੀ ਕਹਿ ਰਹੀ ਹੈ ਕਿ ਇਹ ਆੜ੍ਹਤੀ ਲੁੱਟਦੇ ਰਹੇ ਨੇ ਕਿਸਾਨਾਂ ਨੂੰ ਕਿਸੇ ਟਾਈਮ, ਤੇ ਤੁਹਾਨੂੰ ਲੱਗਦਾ ਹੈ ਕਿ ਇਹ ਰਿਸ਼ਤਾ ਕਾਇਮ ਰਹਿਣਾ ਚਾਹੀਦਾ ਹੈ ਜਾਂ ਕੁਝ ਹੋਰ ਮੰਗ ਹੈਗੀ ਤੁਹਾਡੀ? ਮਤਲਬ ਜਦ ਚ ਜ਼ਿਮੀਂਦਾਰ ਨੂੰ ਲੋੜ ਪੈਂਦੀ ਹੈ ਪੈਸੇ की, आड़ती के पास जाओ तो तुरंत पैसे लेकर आओ, तो बैंक में तो तुरंत नहीं निकलते हैंगे। ਬਿਲਕੁਲ इस करके आड़ती का रिश्ता जिमींदार का रहना चाहिए। ਠੀਕ ਹੈ ਜੀ। ਤੁਹਾਡਾ ਕੀ ਨਾਮ ਜੀ? ਮੇਰਾ ਜੀ ਅਵਤਾਰ ਸਿੰਘ ਹੈ ਜੀ। ਅਵਤਾਰ ਸਿੰਘ ਜੀ, ਕੀ ਚਾਹੁੰਦੇ ਹੋ ਤੁਸੀਂ ਕਿ ਕਿਸਾਨਾਂ ਲਈ ਸਰਕਾਰ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਵਿੱਚ ਸੋਧ ਹੁੰਦੀ ਹੈ ਜਾਂ ਨਵੇਂ ਕਾਨੂੰਨ ਆਉਂਦੇ ਨੇ? ਕਿਸਾਨਾਂ ਨੂੰ ਤਾਂ ਇਹ ਹੈ ਜੀ ਜੇ ਕੋਈ ਸੁਣਦਾ ਹੀ ਨਹੀਂ ਕਿਸਾਨਾਂ ਕੀ। ਇਹਦਾ ਦੇਖੋ ਪ੍ਰਧਾਨ ਮੰਤਰੀ ਪਹਿਲਾਂ ਵੀ ਮਨਮੋਹਨ ਸਿੰਘ ਬਣਿਆ, ਹੋਰ ਵੀ ਬਣੇ ਆ, ਉਹ ਕੱਟੇ ਕੁੱਟੀ ਕੁਛ ਨਾ ਕੁਛ ਤੋਂ ਜ਼ਿਮੀਂਦਾਰਾਂ ਬਾਰੇ ਸੋਚੇ ਨੇ। ਹੁਣ ਤਾਂ ਸਾਰੇ ਹੀ ਕੰਮ ਸਾਡੇ ਛੋਟੇ ਮੋਟੇ ਸਾਰੇ ਬੰਦ ਹੈ, ਕੋਈ ਇੱਕ ਜ਼ਿਮੀਂਦਾਰਾਂ ਵੀ ਕਾਸ ਕਰ ਰਿਹਾ ਗਿਆ। ਡੀਜ਼ਲ ਲਾ ਲਿਓ ਕਿੰਨਾ ਮਹਿੰਗਾ ਹੈ, ਰੇਹ ਲਾ ਲਿਓ ਕਿੰਨਾ ਮਹਿੰਗਾ, ਦਵਾਈਆਂ ਬੀਜ 2100 ਰੁਪਏ ਦੀ ਥੈਲੀ ਆ ਹੁਣ, ਕਿੰਨਾ 40 ਕਿਲੋ ਦੀ। ਹੁਣ ਜਦੋਂ ਵਿਕਣੀ ਆ ਉਹੀ 1800-1900 ਰੁਪਏ, ਉਸ ਨੂੰ ਵੀ ਕਹਿ ਰਹੇ ਆ ਜ਼ਿਮੀਂਦਾਰ ਨਹੀਂ ਕੁਛ ਹੈ। ਜ਼ਿਮੀਂਦਾਰ ਕੁਛ ਕਿੱਥੇ ਹੈ, ਉਸਕੇ ਪਾਸ ਜੇ ਬਚਦਾ ਹੀ ਕੁਛ ਨਹੀਂ, ਸਾਰਾ ਕੁਝ ਕਰਕੇ ਉਹ ਤਾਂ ਦੁਖੀ ਹੋਵੇਗਾ। ਕੀ ਮਹਿਸੂਸ ਕਰਦੇ ਹੋ? ਭਾਰਤ ਦੇ ਵਿੱਚ ਰਹਿੰਦੇ ਆ, ਸੰਵਿਧਾਨ ਕਹਿੰਦਾ ਕਿ ਸਾਰਿਆਂ ਦੇ ਕੋਲ ਹੱਕ ਬਰਾਬਰ ਨੇ, ਅਧਿਕਾਰ ਬਰਾਬਰ ਨੇ, ਜ਼ਮੀਨਾਂ ਤੁਹਾਡੀਆਂ ਨੇ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਮੀਨਾਂ ਤੁਹਾਡੇ ਹੱਥੋਂ ਖੁੱਸ ਸਕਦੀਆਂ ਨੇ ਇਹਨਾਂ ਕਾਨੂੰਨਾਂ ਕਰਕੇ? ਬਿਲਕੁਲ, ਸਾਨੂੰ ਪੂਰਾ ਖਤਰਾ ਹੈ ਜੀ। ਜੋ ਕੁਝ ਅੱਗੇ ਹੋਣੇ ਵਾਲਾ ਨਾ, ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਭਵਿੱਖ ਖਤਮ ਹੋ ਜਾਏਗਾ। ਜ਼ਿਮੀਂਦਾਰੇ ਵਾਲਾ ਕੁਝ ਨਹੀਂ, ਪਹਿਲਾਂ ਹੀ ਖਤਮ ਹੈ। ਜੇ ਥੋੜਾ ਬਹੁਤਾ ਬਚ ਰਿਹਾ, ਅਸੀਂ ਉਰੇ ਤੱਕ ਪਹੁੰਚ ਗਏ, ਜਿਹੜੇ ਬੱਚੇ ਆ ਨਾ ਉਹਦਾ ਜਮਾ ਹੀ ਖਤਮ ਹੈ। ਉਹ ਨਾ ਤਾਂ ਇਤਨੀ ਮਿਹਨਤ ਕਰ ਸਕੇਗੇ ਜਿਤਨੀ ਆਪਾਂ ਕਰ ਰਹੇ ਬੁੜੇ ਹੁਣ। ਕਿਸਾਨੀ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ, ਪਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਅੱਜ ਸਰਕਾਰ ਹੈ ਉਸ ਰੀੜ੍ਹ ਦੀ ਹੱਡੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ? ਕੀ ਕਾਰਨ ਲੱਗਦਾ ਤੁਹਾਨੂੰ? ਉਹ ਮਤਲਬ ਕਿ ਬੜੇ ਜਿਹੜੇ ਬੰਦੇ ਆ ਉਹਨਾਂ ਦੇ ਜੋ ਜਿਸ ਤਰ੍ਹਾਂ ਉਹ ਕਹਾ ਉਸ ਤਰ੍ਹਾਂ ਚੱਲ ਰਿਹਾ। ਸਾਡੀ ਗੱਲ ਕੋਈ ਗੱਲ ਤਾਂ ਕਰੇ, ਕੋਈ ਸੁਣਾ ਤਾਂ ਸਹੀ, ਸਾਡੀ ਕੋਈ ਗੱਲ ਸੁਣਨਾ ਹੀ ਨਹੀਂ ਜਾਂਦਾ ਹੈ। ਅਸੀਂ ਕਿਆ ਦੱਸਾਂ ਸਾਨੂੰ ਹੁਣ ਕੋਈ, ਤੁਸੀਂ ਹੁਣ ਸਾਡੀ ਗੱਲ ਕਰ ਰਹੇ ਆ, ਕੁਛ ਸਾਨੂੰ ਕੁਛ ਤਾਂ ਕੁਛ ਸਮਝ ਲੱਗਦਾ ਹੋਣਾ, ਕੁਛ ਨਾ ਕੁਛ ਦੁੱਖ ਸਰਕਾਰ ਨੂੰ ਇਹਨੂੰ ਸਾਰਾ ਪਤਾ ਲੱਗ ਰਿਹਾ। ਇੰਨੀ ਸਾਰੇ ਦੇਸ਼ ਵਾਈ ਹੋ ਜਾਣਾ ਹੈ ਅੰਦੋਲਨ, ਜਿਹੜਾ ਵੱਧਦਾ ਜਾਣਾ। ਇਹ ਜਿਹੜਾ ਉਰਾ ਦਿਖ ਰਿਹਾ ਸਾਨੂੰ, ਇਹ ਦਿੱਲੀ ਤੱਕ ਵੀ ਹੋ ਜਾਣਾ ਜੇ ਨਾ ਥੋੜੀ ਦੇਰ ਬਾਅਦ ਸਰਕਾਰ ਮੰਨੀ। ਇਹ ਜਿਸ ਤਰ੍ਹਾਂ ਧਰਨੇ ਉਰਾ ਦਿਖ ਰਹੇ ਨਾ, ਇਹ ਦਿੱਲੀ ਦੇ ਵਿੱਚ ਚਲੇ ਚਾਰੇ ਪਾਸੇ ਧਰਨੇ ਕਾਇਮ ਹੋ ਜਾएंगे। दिल्ली ਨੂੰ ਬਿਲਕੁਲ ਹੋ ਜਾਣੇ ਆ। 26 ਜਾਂ 27 ਤਰੀਕ ਨੂੰ ਦਿੱਲੀ के ਚਾਰੇ ਪਾਸੇ ਘਰਾਓ ਕਰਨਾ। ਗਰੀਬ ਜ਼ਿਮੀਂਦਾਰ ਕਿਸਾਨ ਸਾਰੇ ਹੀ ਵਿੱਚ ਸਾਰੇ ਵਿੱਚ ਜ਼ਿਮੀਂਦਾਰ ਨਾ ਗਿਣੋ ਜੀ, ਚਾਹੇ ਕੋਈ ਦਿਹਾੜੀ। ਸੋ ਤੁਸੀਂ ਸੁਣਿਆ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਨੀਤੀ ਬਣਾਈ ਜਾਂਦੀ ਹੈ ਤਾਂ ਉਹਨਾਂ ਦੀ ਰਾਏ ਲਈ ਜਾਂਦੀ ਹੈ। ਜੇ ਸਨਅਤਕਾਰਾਂ ਬਾਰੇ ਕੋਈ ਨੀਤੀ ਹੁੰਦੀ ਹੈ ਤਾਂ ਪਹਿਲਾਂ ਸਨਅਤਕਾਰਾਂ ਨੂੰ ਖਰੜਾ ਭੇਜਿਆ ਜਾਂਦਾ ਹੈ ਕਿ ਆਹ ਤੁਹਾਡੇ ਪ੍ਰਤੀ ਅਸੀਂ ਨੀਤੀ ਬਣਾਈ ਹੈ, ਠੀਕ ਹੈ ਗਲਤ ਹੈ ਤੁਸੀਂ ਦੱਸੋ। ਪਰ ਕਿਸਾਨਾਂ ਬਾਰੇ ਖੇਤੀ ਕਾਨੂੰਨ ਲਿਆਂਦੇ ਗਏ ਕੇਂਦਰ ਸਰਕਾਰ ਦੇ ਵੱਲੋਂ, ਕਿਸਾਨ ਜਥੇਬੰਦੀਆਂ ਦੀ ਕੋਈ ਰਾਏ ਨਹੀਂ ਲਏਗੀ। ਇਸ ਕਰਕੇ ਕਿਸਾਨ ਅੱਜ ਸੜਕਾਂ ਦੇ ਉੱਤੇ ਬੈਠੇ ਨੇ। ਪਰ ਦੁੱਖ ਦੀ ਗੱਲ ਹੈ ਕਿ ਹਾਲੇ ਤੱਕ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਗੌਰ ਨਹੀਂ ਕਰ ਰਹੀ। ਕਿਸਾਨਾਂ ਦੇ ਅੰਦੋਲਨ ਦੇ ਬਾਅਦ ਰਾਸ਼ਟਰਪਤੀ ਦਾ ਜਿਹੜਾ ਰਵੱਈਆ ਹੈਗਾ ਉਹ ਵੀ ਚੰਗਾ ਨਜ਼ਰ ਨਹੀਂ ਆ ਰਿਹਾ। ਤੇ ਰਾਸ਼ਟਰਪਤੀ ਦੇ ਰਵੱਈਏ ਨੂੰ ਕਿਸਾਨ ਜਥੇਬੰਦੀਆਂ ਕਿੱਦਾਂ ਦੇਖਦੇ ਨੇ, ਕਿਸਾਨ ਭਰਾ ਕਿੱਦਾਂ ਦੇਖਦੇ ਨੇ, ਇਸ ਬਾਰੇ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਕੀ ਨਾਮ ਜੀ? ਦੰਦ ਨਹੀਂ ਜੀ, ਬੋਲਿਆ ਨਹੀਂ ਜਾਣੀ। ਤੁਹਾਡਾ ਕੀ ਨਾਮ ਜੀ? ਅਵਤਾਰ ਸਿੰਘ। ਠੀਕ ਹੈ ਅਵਤਾਰ ਜੀ, ਰਾਸ਼ਟਰਪਤੀ ਹੋਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਕੱਲ, ਤੇ ਤੁਹਾਨੂੰ ਕੀ ਲੱਗਦਾ ਕਿ ਰਾਸ਼ਟਰਪਤੀ ਹੋਰਾਂ ਦਾ ਰਵੱਈਆ ਕਿਦਾਂ ਦਾ ਦੇਸ਼ ਪ੍ਰਤੀ? ਰਾਜਪਾਲ ਨੇ ਕਿਹੜਾ ਜੀ, ਹੁਣ ਇਹਨਾਂ ਦਾ ਜੀ ਦਾ ਰਾਜਪਾਲ ਹੈ ਉਹੀ ਉੱਚੀ ਦੱਬੀ ਬੈਠਾ ਹੈ। ਸਾਰਾ ਰਾਸ਼ਟਰਪਤੀ ਹੈ ਉਹ ਵੀ ਨਹੀਂ ਸੁਣਨਾ ਚਾਹੁੰਦਾ, ਉਹ ਵੀ ਉਨੀ ਗਈ ਭਾਜਪਾ ਦਾ, ਜੋ ਭਾਜਪਾ ਨੇ ਕਹਿਣਾ ਉਹਨਾਂ ਨੇ ਉਹ ਕਰਨਾ। ਜੇ ਰਾਜਪਾਲ ਜਿੰਨਾ ਇਹਨਾਂ ਨੇ ਆਪਣੇ ਮੁੱਖ ਮੰਤਰੀ ਇਹਨਾਂ ਨੂੰ ਦਿਆ ਤਾਂ ਉਹ ਉੱਥੀ ਅੱਜ ਲਈ ਬੈਠੇ ਆ, ਅੱਗੇ ਵੀ ਨਹੀਂ ਪਹੁੰਚਾਇਆ। ਉਹ ਪਹੁੰਚਾਉਂਦੇ ਹੀ ਨਹੀਂ, ਅੱਗੇ ਹਰੇਕ ਚੀਜ਼ ਉਰੀ ਦੱਬ ਕੇ ਬੈਠ ਜਾ ਕੇ ਜਾਣ। ਜੇ ਅੱਗੇ ਜਾਏਗੀ ਤਾਂ ਹੀ ਪਤਾ ਲੱਗੇ ਨਾ ਸਰਕਾਰ ਨੂੰ। ਤੁਹਾਡਾ ਕੀ ਨਾਮ ਜੀ? ਗੁਰਚਰਨ ਸਿੰਘ ਜੀ। ਗੁਰਚਰਨ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਭਾਰਤ ਦੇ ਰਾਸ਼ਟਰਪਤੀ ਦਾ ਰਵੱਈਆ ਕੀ ਨਜ਼ਰ ਆ ਰਿਹਾ? ਕਿਉਂਕਿ ਖੇਤੀ ਜਿਹੜੇ ਕਾਨੂੰਨ ਸੀਗੇ ਉਹ ਜਦੋਂ ਲੋਕ ਸਭਾ ਰਾਜ ਸਭਾ ਵਿੱਚ ਪਾਸ ਹੋਏ, ਰਾਸ਼ਟਰਪਤੀ ਕੋਲੇ ਗਏ, ਸਾਰਿਆਂ ਦੀ ਨਜ਼ਰ ਰਾਸ਼ਟਰਪਤੀ ਦੀ ਸੀ। ਉਹਨਾਂ ਨੇ ਵੀ ਸੋਚਿਆ ਨਹੀਂ, ਫਟਾਫਟ ਮੋਹਰ ਲਾ ਦਿੱਤੀ, ਉਹ ਕਾਨੂੰਨ ਬਣ ਗਏ। ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਕਿਵੇਂ ਦਾ ਲੱਗਦਾ ਰਵੱਈਆ ਰਾਸ਼ਟਰਪਤੀ ਦਾ? राष्ट्रपति जी सरकार के जो मोदी के
ਅੰਡਰ ਹੈ ਜੀ, ਜੋ ਮਰਜ਼ੀ ਕਹੋ ਉਹੀ ਹੋਊ। ਮਿਲੇ ਹੋਏ ਲੱਗ ਰਹੇ ਹਾਂ ਤੁਹਾਨੂੰ? ਮੇਲੇ ਲੱਗੇ ਸਾਰੇ ਜੀ, ਮੇਲੇ ਲੱਗੇ। ਤੇ ਜਿੱਦਾਂ ਮੰਨਿਆ ਜਾ ਰਿਹਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਧਰਨੇ ਪੰਜਾਬ ਦੇ ਵਿੱਚ ਨਜ਼ਰ ਆਉਂਦੇ ਨੇ, ਇਹ ਹੁਣ ਦਿੱਲੀ ਜਾਮ ਹੋਏਗੀ। ਦਿੱਲੀ ਜੇ ਜਾਮ ਹੁੰਦੀ ਹੈ, ਮਸਲੇ ਦਾ ਹੱਲ ਹੈਗਾ ਇਸ ਨਾਲ? ਹਾਂ ਜੀ, ਫਿਰ ਤਾਂ ਕੋਈ ਨਿਕਲੋ, ਚਲੋ ਦਿੱਲੀ 'ਚ 4 ਸਵੇਰਾ ਘੇਰਾ ਪਏਗਾ ਜੀ, ਸਾਰੇ ਪੰਜਾਬ ਗਈ। ਹਿੰਦੁਸਤਾਨ ਦੇ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਜੀ, 240 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਜੀ। ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਵੀ ਹੈਗੀਆਂ ਨੇ, 1.5 ਸਾਲ ਚੋਣਾਂ ਨੂੰ ਰਹਿ ਗਿਆ ਹੈ। ਹਾਂਜੀ ਹਾਂਜੀ। ਬਹੁਤ ਸਾਰੀ ਸਿਆਸੀ ਪਾਰਟੀਆਂ ਦੀ ਵੀ ਨਜ਼ਰ ਕਿਸਾਨਾਂ ਦੇ ਉੱਤੇ ਹੈਗੀ ਹੈ, ਉਹ ਇਸ ਦਾ ਸਿਆਸੀ ਲਾਹਾ ਵੀ ਲੈਣਾ ਚਾਹੁੰਦੀਆਂ ਨੇ। ਵੋਟ ਬੈਂਕ ਉੱਤੇ ਕਿਸਾਨਾਂ ਦੀ ਨਜ਼ਰ ਹੈਗੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦੇ ਨਾਲ ਅੱਜ ਕਿਹੜੀ ਸਿਆਸੀ ਪਾਰਟੀ ਦਿਲੋਂ ਖੜੀ ਹੋਈ ਹੈ? ਕੋਈ ਨਹੀਂ ਖੜੀ ਹੋਈ ਜੀ ਹਾਲ ਤੱਕ। ਸਾਰੀਆਂ ਵੋਟਾਂ ਕਿਸਾਨਾਂ ਦੇ ਵਿੱਚੋਂ ਨੇਤਾ ਨੂੰ ਉਭਰਨਾ ਚਾਹੀਦਾ ਕਿਸੇ ਨੂੰ? ਹਾਂ ਜੀ ਹਾਂ, ਉੱਭਰੇਗਾ, ਜ਼ਰੂਰ ਉੱਭਰੇਗਾ। ਹਾਂਜੀ ਹਾਂਜੀ, ਬਿਲਕੁਲ ਕਿਸਾਨ ਭਰਾਵਾਂ ਨੂੰ ਉਮੀਦ ਹੈ ਕਿ ਕਿਸਾਨਾਂ ਦੇ ਵਿੱਚੋਂ ਹੀ ਜਿਹੜਾ ਨੇਤਾ ਉਭਰਨਾ ਚਾਹੀਦਾ ਹੈ ਤੇ ਖੇਤਰਵਾਦ ਦੀ ਸਿਆਸਤ ਇਸ ਅੰਦੋਲਨ ਦੇ ਵਿੱਚੋਂ ਉਭਰੇਗੀ ਜਾਂ ਨਹੀਂ ਉਭਰੇਗੀ, ਇਹ ਇੱਕ ਦਿਲਚਸਪ ਸਵਾਲ ਜ਼ਰੂਰ ਬਣਿਆ। ਪਰ ਕਿਸਾਨ ਭਰਾਵਾਂ ਨੇ ਇੱਥੇ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਬਥੇਰੀਆਂ ਪਾਰਟੀਆਂ ਦੇਖ ਲਈਆਂ, ਵੱਖ-ਵੱਖ ਪਾਰਟੀਆਂ ਦੀ ਸਰਕਾਰਾਂ ਬਣੀਆਂ ਨੇ ਇੱਥੇ, ਪਰ ਕਿਸਾਨਾਂ ਦੀ ਹਾਲਤ ਉਸ ਨਾਲ ਨਹੀਂ ਸੁਧਰੀ। ਕਿਸਾਨ ਖੁਦਕੁਸ਼ੀਆਂ ਕਰਦਾ ਗਿਆ, ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦਬਦਾ ਗਿਆ ਤੇ ਬੋਝ ਹੇਠਾਂ ਐਸਾ ਦੱਬਿਆ ਕਿ ਅੱਜ ਪੰਜਾਬ ਦੇ ਸਿਰ ਇੰਨਾ ਕਰਜ਼ਾ ਚੜਿਆ ਹੋਇਆ ਹੈ ਜੋ ਇਹ ਲੱਗ ਰਿਹਾ ਕਿ ਆਉਣ ਵਾਲੇ ਕਈ ਸਾਲਾਂ ਤੱਕ ਇਹ ਕਰਜ਼ਾ ਨਹੀਂ ਲੱਥੇਗਾ। ਬਹੁਤ ਸਾਰੀਆਂ ਸਰਕਾਰਾਂ ਆਉਂਦੀਆਂ ਨੇ ਇਹ ਕਹਿ ਕੇ ਕਿ ਅਸੀਂ ਪੰਜਾਬ ਦੇ ਕਰਜ਼ੇ ਦੇ ਉੱਤੇ ਲਕੀਰ ਮਾਰਾਂਗੇ, ਪਰ ਹਕੀਕਤ ਕੀ ਹੁੰਦੀ ਹੈ, ਜਦੋਂ 5 ਸਾਲ ਉਹ ਆਪਣੇ ਪੂਰੇ ਕਰਕੇ ਜਾਂਦੀਆਂ ਨੇ ਤੇ ਉਹ ਕਰਜ਼ਾ ਡਬਲ ਹੋ ਜਾਂਦਾ ਹੈ। ਹੋਰ ਵੀ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਾਂਗੇ, ਚੱਲਦੇ ਆਗੇ। ਕਿਸਾਨ ਲੰਮੇ ਸਮੇਂ ਤੋਂ ਸੜਕਾਂ ਦੇ ਉੱਤੇ ਬੈਠੇ ਨੇ, ਧਰਨੇ ਦਿੱਤੇ ਹੋਏ ਨੇ, ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਕੀ ਲੱਗਦਾ ਹੈ, ਕੀ ਤਜਰਬਾ ਕਹਿੰਦਾ ਤੁਹਾਡਾ, ਕਿਸਾਨੀ ਅੰਦੋਲਨ ਕੀ ਮੋੜ ਲਵੇਗਾ? ਦੇਖੋ ਜ਼ੋਰ ਤਾਂ ਲਾ ਰਹੇ ਆ ਜੀ ਬਥੇਰਾ, ਕਿ ਦੇਖੋ ਕਿਆ ਬਣਾ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਤੁਸੀਂ ਜ਼ੋਰ ਅਜ਼ਮਾਇਸ਼ ਕਰ ਰਹੇ ਹੋ ਤੇ ਆਪਣੇ ਦੁੱਖ ਤਕਲੀਫਾਂ ਵਿੱਚ ਚੱਲ ਰਹੇ ਹੋ, ਕਿਉਂਕਿ ਪਰਿਵਾਰਾਂ ਨੂੰ ਛੱਡ ਕੇ ਤੁਸੀਂ ਇੱਥੇ ਬੈਠੇ ਹੋ ਦਿਨ ਰਾਤ, ਤੇ ਆਪਣੇ ਪਰਿਵਾਰਾਂ ਤੋਂ ਦੂਰ ਰਹਿਣੀ ਵੀ ਇੱਕ ਵੱਡੀ ਗੱਲ ਹੁੰਦੀ ਹੈ। ਇਸ ਦੇ ਸਿੱਟੇ ਪੋਜ਼ਿਟਿਵ ਨਿਕਲਣਗੇ? ਲੱਗਦਾ ਹੈ ਕੇਂਦਰ ਸਰਕਾਰ ਕਿਸਾਨਾਂ ਵੱਲ ਧਿਆਨ ਦੇਊਗੀ? ਮੋਦੀ ਸਰਕਾਰ ਦਾ ਰਵੱਈਆ ਹਾਲ ਤੱਕ ਇਹ ਨਜ਼ਰ ਆ ਰਿਹਾ ਕਿ ਨਹੀਂ ਝੁਕਦੀ ਨਜ਼ਰ ਆ ਰਹੀ? ਹਾਂ ਜੀ, ਰਵੱਈਆ ਹੈ ਨਹੀਂ ਜੀ, ਗੱਲ ਬਣਨ ਵਾਲੀ ਜਾਂਦੀ ਨਹੀਂ ਹੈ। ਤੁਹਾਡਾ ਕੀ ਨਾਮ ਜੀ? ਰਤਨ ਸਿੰਘ। ਰਤਨ ਜੀ, ਤੁਹਾਨੂੰ ਕੀ ਲੱਗ ਰਿਹਾ ਹੈ, ਮੋਦੀ ਸਰਕਾਰ ਇਸ ਪਾਸੇ ਧਿਆਨ ਦੇਊਗੀ ਜਿਸ ਹਿਸਾਬ ਨਾਲ ਪੰਜਾਬ ਦੇ ਕਿਸਾਨ ਲੰਮੇ ਸਮੇਂ ਤੋਂ ਸੜਕਾਂ ਉੱਤੇ ਬੈਠੇ ਹੋਏ ਨੇ? ਜਿਸ ਹਿਸਾਬ ਨਾਲ ਉਹ ਅਡਵਾਈ ਕਰ ਰਿਹਾ, ਉਸ ਹਿਸਾਬ ਨਾਲ ਤਾਂ ਨਹੀਂ ਲੱਗਦਾ ਵੀ ਉਹ ਮੰਨ ਜੇਗਾ। ਪਰ ਜਿਸ ਹਿਸਾਬ ਨਾਲ ਇੰਡੀਆ ਦੇ ਕਿਸਾਨ ਜਵਾਨਾਂ ਨਾਲ ਵੀ ਸਾਡੇ ਨਾਲ ਧੱਕਾ ਹੀ ਹੈ। ਹੁਣ ਤਨਖਾਹਾਂ ਅੱਧੀ ਕਰਨ ਨੂੰ ਫਿਰਦਾ, ਉਹ ਡੀਏ ਸਾਡਾ ਪਹਿਲਾਂ ਕੱਟ ਚੁੱਕਿਆ, ਉਹ ਤੇ ਕੀ ਇਤਬਾਰ ਕਰ ਸਕਦੇ, ਉਹਦਾ ਕੋਈ ਯਕੀਨ ਨਹੀਂ ਹੈਗਾ। ਠੀਕ ਹੈ। ਤੁਹਾਡਾ ਕੀ ਨਾਮ ਜੀ? ਆਤਮਾ ਸਿੰਘ। ਆਤਮਾ ਸਿੰਘ। ਸੋ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਸੀਂ ਕਿਸਾਨੀ ਨਾਲ ਜੁੜੇ ਹੋਏ ਜੀ? ਨੋ, ਮੈਂ ਇਹ ਕਹਿਣਾ ਚਾਹੁੰਦਾ ਸਰ, ਜਦੋਂ ਅੰਮ੍ਰਿਤਸਰ ਤੋਂ ਦਿੱਲੀ 500 ਕਿਲੋਮੀਟਰ ਹੈ, ਉੱਥੇ ਸਾਰੇ ਲੋਕ ਅੰਨੇ ਹੋ ਗਏ। ਕਰਨਾਲ, ਰਾਜਪੁਰਾ, ਪਟਿਆਲਾ ਕੋਈ ਮਰਿਆ ਹੀ ਨਹੀਂ ਧੂਏ 'ਚ। ਇਹ ਤਾਂ ਸਾਨੂੰ ਬਦਨਾਮ ਕਰਨ ਦੇ ਵਾਸਤੇ ਸਰਕਾਰ ਲੱਗੀ ਹੈ। ਉਹ ਸਰਕਾਰ ਇਹਦਾ ਇਹ ਹੈ ਕਿ ਇਹਨਾਂ ਨੂੰ ਬਦਨਾਮ ਕਰਕੇ ਨਾ ਇਹਨਾਂ ਨੂੰ ਖੁੰਡੇ ਲਾਓ ਬਸ। ਮਤਲਬ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਪਰਾਲੀ ਕਹਿੰਦੇ ਨੇ ਕਿ ਦਿੱਲੀ ਸਰਕਾਰ ਕਹਿੰਦੀ ਹੈ ਤੂੰ ਪਾਕਿਸਤਾਨ, ਲਾਹੌਰ, ਰਾਜਸਥਾਨ ਦੀ ਜਾਂਦਾ ਨਹੀਂ, ਲੰਘਦਾ ਸੜਕ ਨੂੰ, ਦਿੱਲੀ ਜਾ ਕੇ ਸਾਰੇ ਕਿਉਂ ਅੰਨੇ ਹੋ ਜਾਂਦੇ? ਇੱਥੇ ਕੋਈ ਮਰਿਆ ਹੀ ਨਹੀਂ, ਉੱਥੇ ਕਿਉਂ ਮਰਦੇ ਨੇ? ਅੱਛਾ, ਸਾਡੇ ਜਿਹੜੇ ਬਿਜਲੀ ਦੇ 3 ਮਹੀਨੇ ਬਾਅਦ 2.5 ਮਹੀਨੇ ਬਾਅਦ ਮਿਲਦਾ ਹੈ। 100 ਯੂਨਿਟ ਦੇ ਪੈਸੇ ਹੋਰ ਹੈ, 200 ਦੇ ਹੋਰ ਹੈ, 300 ਦੇ ਹੋਰ ਹੈ। ਜੇ ਕਨੈਕਟਰ 2 ਪੈਸੇ ਵੱਧ ਲੈ ਲਵੇ, ਉਹਨੂੰ ਸਸਪੈਂਡ ਕਰ ਦਿੰਦੇ। 3 ਪੈਸਿਆਂ ਪਿੱਛੇ ਹੀ ਓਵਰਚਾਰਜ ਹੋ ਗਿਆ। ਇਹ ਸਾਡੀ ਬਿਜਲੀ ਦੇ ਬਿੱਲ ਸਾਨੂੰ ਦੁੱਗਣੇ ਲੈ ਰਹੇ ਹਰ ਮਹੀਨੇ। ਇਹ ਸਰਕਾਰ ਸਾਨੂੰ ਕੁਝ ਨਹੀਂ ਸੋਚਦੀ, ਸਾਨੂੰ ਖੁੰਝੇ ਲਾ ਰਹੇ ਰਗੜ ਕੇ। ਠੀਕ ਹੈ। ਤੁਸੀਂ ਮੈਡਲ ਨਾਲ ਚੱਕੇ ਨੇ, ਤੁਸੀਂ ਫੌਜ 'ਚ ਰਹੇ ਹੋ? ਹਾਂ ਸਰ, ਆਰਮੀ 'ਚ। ਕਿੰਨੇ ਸਾਲ ਤੁਸੀਂ ਸੇਵਾ ਨਿਭਾਈ? ਸਰ 16 ਸਾਲ ਸਰ। ਜੈ ਜਵਾਨ ਜੈ ਕਿਸਾਨ ਦਾ ਨਾਰਾ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। ਤੁਸੀਂ ਦੇਖਿਆ ਕਿ ਫੌਜ ਵਿੱਚ ਸੇਵਾ ਨਿਭਾਈ ਤੇ ਅੱਜ ਫਿਰ ਉਹਨਾਂ ਨੂੰ ਸੜਕਾਂ ਦੇ ਉੱਤੇ ਬੈਠਣਾ ਪੈ ਰਿਹਾ। ਕਿਸਾਨੀ ਨਾਲ ਜੁੜੇ ਹੋਏ ਨੇ, ਸਰਹੱਦਾਂ ਦੇ ਉੱਤੇ ਕਿਸਾਨਾਂ ਦੀ ਪੋਥੀ ਸੇਵਾ ਨਿਭਾ ਰਹੇ ਨੇ। ਉੱਥੇ ਕੋਈ ਗੁਜਰਾਤੀ ਨਹੀਂ ਹੈਗਾ ਤੇ ਅੱਜ ਕਿਸਾਨਾਂ ਨੂੰ ਹੀ ਸੜਕਾਂ ਦੇ ਉੱਤੇ ਆਪਣੇ ਹੱਕ ਲੈਣ ਲਈ ਬੈਠਣਾ ਪੈ ਰਿਹਾ। ਸਰਹੱਦਾਂ ਉੱਤੇ ਉਹ ਵੀ ਲੜਦੇ ਨਜ਼ਰ ਆਉਂਦੇ ਨੇ, ਦੇਸ਼ ਲਈ ਸ਼ਹੀਦ ਹੁੰਦੇ ਨਜ਼ਰ ਆਉਂਦੇ ਨੇ ਤੇ ਇੱਥੇ ਵੀ ਆਪਣੇ ਹੱਕਾਂ ਲਈ ਉਹਨਾਂ ਨੂੰ ਲੜਨਾ ਪੈ ਰਿਹਾ। ਤੁਹਾਡਾ ਕੀ ਨਾਮ ਜੀ? ਮੈਂ ਪ੍ਰੇਮ ਸਿੰਘ, ਐਕਸ ਸਰਵਿਸਮੈਨ। ਮੈਂ ਸਾਬਕਾ ਫੌਜੀ ਜਥੇਬੰਦੀ ਦਾ ਬਨੂੜ ਹਲਕੇ ਦਾ ਪ੍ਰਧਾਨ ਹੈ। ਠੀਕ ਹੈ ਜੀ। ਤੋ ਜੋ ਮੋਦੀ ਅੱਜ ਕਰ ਰਿਹਾ, ਕਈ ਪ੍ਰਧਾਨ ਮੰਤਰੀ ਆਏ, ਕਈ ਪ੍ਰਧਾਨ ਮੰਤਰੀ ਚਲੇ ਗਏ, ਪਰ ਇਹੋ ਜਿਹਾ ਨਲਾਇਕ ਪ੍ਰਧਾਨ ਮੰਤਰੀ ਮੇਰੇ ਖਿਆਲ 'ਚ ਨਹੀਂ ਆਣਾ ਦੁਬਾਰਾ ਇੰਡੀਆ 'ਚ। ਨਾ ਹੀ ਪਹਿਲਾਂ ਆਇਆ, ਨਾ ਹੀ ਆਣਾ। ਇਹਨੇ ਕਿਆ ਮਤਲਬ ਇੱਕ ਰੀੜ੍ਹ ਦੀ ਹੱਡੀ ਤੋੜਤੀ। ਕਿਸਾਨ ਜਿਹੜਾ ਹੈ ਰੀੜ੍ਹ ਦੀ ਹੱਡੀ ਹੈ, ਉਹ ਪੇਟ ਪਲਦਾ ਹੈ।
ਜਵਾਨਾਂ ਦਾ ਇਹਨੇ ਮਤਲਬ ਸਭ ਕੁਝ ਸੱਤਿਆਨਾਸ਼ ਕਰਤਾ। 30% ਕਟੌਤੀ ਕਰ ਰਿਹਾ ਸੈਨਾ 'ਚ ਭਰਤੀ ਹੋਣ ਵਾਸਤੇ। ਕਹਿੰਦਾ ਬਾਪ ਦਊਗਾ ਡਿਊਟੀਆਂ। ਜਿਹੜੀਆਂ ਬਰਫਾਂ ਦੇ ਵਿੱਚ ਅਸੀਂ ਰਹਿ ਕੇ ਆਏ ਆ, ਮਤਲਬ ਲੜਾਈਆਂ ਲੜੀਆਂ, ਇਹਨੇ ਕਿਆ ਸੋਚਿਆ ਕਿ ਮਤਲਬ ਇਹ ਘੱਟ ਕਰਨ ਤੋਂ ਕਰਜ਼ਾ ਜਾਂ ਮਤਲਬ ਇਹਦਾ ਆਰਥਿਕਤਾ ਠੀਕ ਹੋ ਜਾਏਗੀ। ਇਹ ਆਪਣੇ ਮਤਲਬ ਆਰਥਿਕਤਾ ਦਿਵਸ ਜਿਹਨਾਂ ਨੂੰ ਕਰਨਾ ਨਾ, ਆਪਣੀ ਆਰਥਿਕ ਠੀਕ ਕਰਨਾ, ਇਹਨਾਂ ਨੂੰ ਆਪਣੀਆਂ ਤਨਖਾਹਾਂ ਜਿਹੜੀ 2-2 ਲੱਖ 3-3 ਲੱਖ ਰੁਪਏ ਲੈ ਰਹੇ ਨੇ, ਹੈਲੀਕਾਪਟਰ ਜਹਾਜ਼ ਮੰਗਾ ਰਹੇ ਨੇ ਬਾਹਰੋਂ, ਕਿੰਨੇ ਕਰੋੜ ਦਾ ਅਰਬਾਂ ਦਾ ਜਹਾਜ਼ ਮੰਗਾ ਰਹੇ ਨੇ। ਇਹ ਇਹਨੂੰ ਦਿਖਦਾ ਨਹੀਂ ਹੈ ਗਾਲਾਂ ਨਿਕਲਦਿਆਂ। ਇਹੋ ਜਿਹਾ ਨਿਕੰਮਾ ਪ੍ਰਧਾਨ ਮੰਤਰੀ ਮੇਰੇ ਖਿਆਲ 'ਚ ਸ਼ਾਇਦ ਨਹੀਂ ਆਇਆ, ਨਾ ਆਣਾ ਕਿਸੇ ਨੇ। ਜੀ ਸੋ ਭਾਰਤ ਦੇ ਪ੍ਰਧਾਨ ਮੰਤਰੀ ਲਈ ਅਸੀਂ ਜੀ ਨਹੀਂ ਸ਼ਬਦਾਵਲੀ ਚਾਹਾਂਗੇ, ਕਿਉਂਕਿ ਆਪਾਂ ਉਹਨਾਂ ਦੇ ਕੰਮਾਂ ਤੇ ਬੋਲ ਸਕਦੇ ਹਾਂ। ਉਹ ਲਾਇਕ ਨਹੀਂ ਹੈ ਇਸਕੇ। ਇੱਕ ਬਾਤ, ਕਿਸਾਨ ਮਤਲਬ ਇੱਕ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਹੈ, क्या वो मतलब MLA ਨੂੰ ਮਿਲ ਤੋਂ ਨਾ ਕਰ ਰਿਹਾ? ਇਸ ਤੋਂ ਨਲਾਇਕਪਣ ਦੀ ਇਹ ਬ੍ਰਿਟਿਸ਼ ਰਾਜ ਨਹੀਂ ਹੈ, ਕਿਆ ਹੈ ਇਹ ਬ੍ਰਿਟਿਸ਼ ਰਾਜ ਬਣਾ ਦਿਆ ਉਹਨੇ। ਇਹ ਲੋਕਤੰਤਰ ਥੋੜੀ ਰਹਿ ਗਿਆ ਹੈ। ਤੁਸੀਂ ਸਰਹੱਦਾਂ ਦੇ ਉੱਤੇ ਸੇਵਾ ਕੀਤੀ, ਤੁਸੀਂ ਦੱਸ ਰਹੇ ਹੋ ਕਿ ਤੁਸੀਂ ਬਰਫਾਂ ਦੇ ਵਿੱਚ ਵੀਰੇ ਗਰਮੀ ਵੀ ਤੁਸੀਂ ਚੱਲੀ ਹੈਗੀ ਹੈ, ਤੇ ਅੱਜ ਤੁਹਾਨੂੰ ਜਿਸ ਹਿਸਾਬ ਨਾਲ ਇੱਥੇ ਕਿਸਾਨਾਂ ਦੇ ਅੰਦੋਲਨ ਵਿੱਚ ਤੁਸੀਂ ਸਮਰਥਨ ਕਰਨ ਆਏ ਹੋ ਤੇ ਤੁਸੀਂ ਵੀ ਕਿਸਾਨੀ ਨਾਲ ਜੁੜੇ ਹੋਏ ਹੋ, ਤੁਹਾਨੂੰ ਕੀ ਲੱਗਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਦੋਂ ਦੇ ਸੱਤਾ ਦੇ ਵਿੱਚ ਆਏ ਨੇ ਤੇ ਜਿਹੜੇ ਸਾਡੇ ਗੁਆਂਢੀ ਸੂਬੇ ਨੇ, ਗੁਆਂਢੀ ਦੇਸ਼ ਨੇ, ਜਿਵੇਂ ਚਾਈਨਾ ਹੋ ਗਿਆ, ਪਾਕਿਸਤਾਨ, ਬੰਗਲਾਦੇਸ਼, ਤੇ ਉਹਨਾਂ ਨਾਲ ਕਿਵੇਂ ਦੇ ਸਬੰਧ ਦੇਖਦੇ ਹੋ? ਅੱਜ ਤਣਾਅ ਬਣਿਆ ਹੋਇਆ ਹੈ ਚੀਨ ਦੇ ਨਾਲ, ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਆਪਾਂ ਕੂਟਨੀਤੀ ਨੂੰ ਕਿਵੇਂ ਤੁਸੀਂ ਦੇਖਦੇ ਹੋ ਕਿ ਇਹਦੇ ਨਾਲ ਨੁਕਸਾਨ ਕੀ ਹੋ ਸਕਦਾ ਦੇਸ਼ ਦਾ? ਕੂਟਨੀਤੀ ਦੇ ਮਤਲਬ ਇਹ ਟੈਲੀਫੋਨਾਂ ਤੇ ਗੱਲਾਂ ਹੋ ਰਹੀਆਂ ਇਹਨਾਂ ਦੀਆਂ, ਜਿਹੜੇ ਮਤਲਬ ਕੋਈ ਕਹਿੰਦਾ ਕੋ ਤੂੰ 10 ਮਾਰਦੀ, ਮੈਂ 15 ਮਾਰਦਾ ਕੱਲ ਨੂੰ, ਕਿ ਇਹਨਾਂ ਨੇ ਆਪਣੀ ਕੁਰਸੀ ਬਰਕਰਾਰ ਰੱਖਣੀ ਆ। ਰਹੀ ਬਾਤ ਜਿਹੜਾ ਇਹ ਮਤਲਬ ਅੱਜ ਇਸ ਟਾਈਮ ਦੇ ਵਿੱਚ ਜੇ ਇਹਨੂੰ ਇਹ ਚਾਹੀਦਾ ਕਿ ਕਿਸਾਨਾਂ ਨੂੰ ਆਪਣਾ ਨਿਆਂ ਮਿਲਣਾ ਚਾਹੀਦਾ, ਜੇ ਆਪਣੀ ਮਾਂ ਦਾ ਅਸਲੀ ਪੁੱਤ ਹੈ ਨਾ, ਇਹ ਆਪਣੇ ਬਾਪ ਦਾ ਅਸਲੀ ਹੈ, ਇਹ ਕਰ ਦੇਣਾ ਚਾਹੀਦਾ ਇਹਨੂੰ। ਸੋ ਹੈ ਤਾਂ ਕਰਨਾ ਚਾਹੀਦਾ। ਇਹ ਮਤਲਬ ਲੋਕਾਂ ਦੀ ਤਕਲੀਫ ਤਾਂ ਸਮਝਦਾ ਨਹੀਂ। ਆਪਣੀ ਮਨ ਦੀ ਬਾਤ, ਆਪਣੀ ਮਨ ਕੀ ਕਿਆ ਮਨ ਕੀ ਬਾਤ ਹੈ ਬਈ? ਤੇਰੀ ਮੇਰੀ ਮਨ ਕੀ ਬਾਤ ਕੁਛ ਨਹੀਂ ਹੈ, ਪਬਲਿਕ ਦੀ ਮਨ ਦੀ ਬਾਤ ਕੁਛ ਨਹੀਂ ਹੈ। ਇਹਨੇ ਆਪਣਾ ਮੁੱਦਾ ਬਣਾ ਰੱਖਿਆ ਕਿ ਮੈਂ ਮੇਰੇ ਮਨ ਕੀ ਬਾਤ। ਤੁਸੀਂ ਸਮਝ ਰਹੇ ਹੋ, ਤੁਸੀਂ ਦੇਖ ਵੀ ਰਹੇ ਹੋ, ਇਹ ਹਰੇਕ बड़ा बोलता है कि मैं मन की बात करूंगा, कल को करूंगा, परसों करूंगा। ये केड़ी मन की बात है भाई? इसकी केड़ी हित में, पब्लिक हित वास्ते क्या चीज़ है? मैं दसो कोई पब्लिक हित वास्ते होए, पब्लिक ठीक है, मन की बात करनी चंगी लगती है, ਅਸੀਂ ਸੁਣਾਂਗੇ ਵੀ। ਪਰ ਮੋਦੀ ਜੀ ਹਮੇਸ਼ਾ ਹੀ ਕਹਿੰਦੇ ਨੇ ਜਦੋਂ ਮਨ ਕੀ ਬਾਤ ਕਰਨੀ ਹੁੰਦੀ ਹੈ ਕਿ ਮੈਂ ਪਹਿਲਾਂ ਲੋਕਾਂ ਦੀ ਸਲਾਹ ਲਵਾਂਗਾ, ਉਹਨਾਂ ਦੇ ਵਿਚਾਰ ਸੁਣਾਂਗਾ, ਕੀ ਚਾਹੁੰਦੇ ਨੇ ਲੋਕ, ਤੇ ਉਸ ਤੋਂ ਬਾਅਦ ਮਨ ਕੀ ਬਾਤ ਕਰਦੇ ਨੇ। ਤੁਹਾਨੂੰ ਕੀ ਲੱਗਦਾ ਕਿ ਮਨ ਕੀ ਬਾਤ ਬਾਰੇ, ਕਿਸਾਨੀ ਬਾਰੇ ਹਾਲੇ ਤੱਕ ਉਹਨਾਂ ਦਾ ਉਸ ਢੰਗ ਦਾ ਜ਼ਿਕਰ ਨਹੀਂ ਆਇਆ ਕਿ ਉਹ ਅੜੇ ਹੋਏ ਨੇ ਆਪਣੇ ਰਵੱਈਏ ਦੇ ਉੱਤੇ? ਇਹ ਕਿਉਂ ਅੜੇ ਹੋਏ ਨੇ? ਕਿਆ ਇਹਨਾਂ ਦੀ ਸੋਚ ਗਲਤ ਹੈ? ਕਿਆ ਸਲਾਹੀਆ ਮਾੜਾ ਇਹਨਾਂ ਦਾ? ਕੀ ਤੁਹਾਨੂੰ ਕੀ ਲੱਗਦਾ ਕਿਉਂ ਅੜੇ ਹੋਏ ਨੇ? ਇਹ ਤੇ ਮਤਲਬ ਉਹੀ ਜਾਣਨ, ਲੋਕਾਂ ਦੀ ਤਕਲੀਫ ਨੂੰ ਸਮਝ ਕੇ ਮਤਲਬ ਉਹਨੂੰ ਆਪਣਾ ਰਵੱਈਆ ਖਤਮ ਕਰਨਾ ਚਾਹੀਦਾ। ਜਿਹੜੀ ਲੋਕਾਂ ਦੀ ਤਕਲੀਫ ਹੈ, ਅੱਜ ਧੁੱਪ 'ਚ ਬੈਠੇ ਨੇ, ਸਰਦੀਆਂ 'ਚ ਬੈਠੇ ਨੇ, ਗਰਮੀਆਂ 'ਚ ਰਾਤ ਨੂੰ ਦਿਨ ਰਾਤ ਮਤਲਬ ਸਰਦੀਆਂ ਦੇ ਵਿੱਚ ਕਣਕਾਂ ਨੂੰ ਪਾਣੀ ਦੇ ਰਹੇ ਨੇ, ਇਹ ਕਾਹਨੂੰ ਵਾਸਤੇ, ਕਾਹਦੇ ਵਾਸਤੇ ਕਰ ਰਹੇ ਨੇ? ਅੱਗੇ ਮਤਲਬ ਅੱਜ ਤੋਂ ਕੋਈ 50 ਸਾਲ ਪਹਿਲਾਂ ਬਾਹਰੋਂ ਕਣਕ ਮੰਗਾਇਆ ਕਰਦੇ ਸੀ, ਹੁਣ ਕਣਕ ਇੱਥੇ ਫਾਲਤੂ ਹੋ ਗਈ, 2 ਰੁਪਏ ਕਿਲੋ ਨੂੰ ਰੋਲ ਰਹੀ ਹੈ। ਉਹ ਕਿਉਂ ਕਰ ਰਹੇ ਆ? ਠੀਕ ਹੈ, ਮਤਲਬ ਕਿ ਜਿਹੜਾ ਸਾਡਾ ਕੌਮਾਂਤਰੀ ਵਪਾਰ ਹੈ ਉਹ ਵੀ ਚੰਗਾ ਨਹੀਂ ਚੱਲ ਰਿਹਾ, ਖਤਮ ਕਰਤਾ। ਤੁਹਾਡਾ ਕੀ ਨਾਮ ਜੀ? ਕੈਪਟਨ ਬੰਤ ਸਿੰਘ ਜੀ, ਬਨੂੜ। ਬਨੂੜ ਤੋਂ ਤੁਸੀਂ ਵੀ ਫੌਜ ਵਿੱਚ ਸੇਵਾ ਨਿਭਾਈ ਕਿੰਨੇ ਸਾਲ? 34 ਈਅਰ। ਅੱਛਾ ਜੀ, ਕੀ ਬਾਤ ਹੈ। ਤੁਹਾਨੂੰ ਸਭ ਤੋਂ ਪਹਿਲਾਂ ਸਲਾਮ ਕਰਦੇ ਹਾਂ ਅਸੀਂ, ਤੇ ਕਿਉਂਕਿ ਤੁਸੀਂ ਸਰਹੱਦਾਂ ਉੱਤੇ ਸਾਡੀ ਰਾਖੀ ਕਰਦੇ ਰਹੇ ਹੋ, ਅੱਜ ਤੁਸੀਂ ਕਿਸਾਨਾਂ ਦਾ ਸਮਰਥਨ ਕਰਨ ਲਈ ਇੱਥੇ ਪੁੱਜੇ ਹੋਏ ਹੋ। ਜੀ ਹਾਂ। ਕੀ ਲੱਗਦਾ ਤੁਹਾਨੂੰ ਕਿ ਸਰਕਾਰ ਨੂੰ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਕੀ ਕਦਮ ਚੁੱਕਣੇ ਚਾਹੀਦੇ ਨੇ? ਸਰਕਾਰ ਨੂੰ ਜੋ ਹੈ ਕਿਸਾਨਾਂ ਦੇ ਮੁਤਾਬਕ ਜੋ ਹੈ ਆਪਣੇ ਡਿਸੀਜਨ ਲੈਣੇ ਚਾਹੀਦੇ। ਇਹ ਨਹੀਂ ਪਰਸਨਲੀ ਬੰਦਾ ਕਹੇ ਕਿ ਮੈਂ ਜੋ ਸੋਚ ਲਿਆ ਉਹ ਬਿਲਕੁਲ ਸਹੀ ਹੈ, ਡੈਟ ਇਜ਼ ਰੌਂਗ। ਪਰ ਜਿਹੜੇ 10 ਬੰਦੇ ਕਹਿ ਰਹੇ ਹੈ ਉਹਨਾਂ ਕੋਲ ਵੀ ਦਿਮਾਗ ਹੈ, ਉਹਨਾਂ ਦੀ ਗੱਲ ਨੂੰ ਵੀ ਜੋ ਹੈ ਉਸਕੇ ਵਿੱਚ ਥੋੜਾ ਬਹੁਤ ਸ਼ਾਮਲ ਕਰਕੇ ਆਪਣੇ ਏਜੰਡੇ ਨੂੰ ਤਿਆਰ ਕਰਨਾ ਚਾਹੀਦਾ ਕਿ ਪਬਲਿਕ ਇਸ ਚੀਜ਼ ਨੂੰ ਚਾਹ ਨਹੀਂ ਰਹੀ ਔਰ ਮੈਂ ਇਕੱਲਾ ਇਸ ਨੂੰ ਕਰਨਾ ਚਾਹਾਂ। ਪਰ ਉਸ ਨੂੰ ਮੇਰੀ ਬੇਨਤੀ ਹੈ ਮੋਦੀ ਜੀ ਨੂੰ ਕਿ ਲੋਕਾਂ ਦੇ ਨਾਲ ਮਿਲ ਕੇ ਉਸ ਨੂੰ ਇਸਕੇ ਵਿੱਚ ਕੁਛ ਨਾ ਕੁਛ ਹੇਰ-ਫੇਰ ਜਾਂ ਇਸ ਨੂੰ ਬੈਂਡ ਅਪ ਕਰੇ। ਔਰ ਅੱਜ ਵੀ ਅਸੀਂ ਇੱਥੇ ਧਰਨੇ ਤੇ ਖੜੇ ਹਾਂ, ਇਹ ਬੈਂਡ ਅਪ ਹੀ ਨਹੀਂ, ਸਾਡੀ ਪੂਰੀ ਕੋਸ਼ਿਸ਼ ਹੈ ਸਾਡੇ ਪੰਜਾਬ ਦੇ ਬੰਦਿਆਂ ਦੀ, ਕਿਸਾਨੀ ਕੀ, ਪੂਰੀ ਇੰਡੀਆ ਦੇ ਵਿੱਚ ਇਸ ਮੁੱਦੇ ਨੂੰ ਅਸੀਂ ਜੋ ਹੈ ਬੈਂਡ ਅਪ ਕਰਾ ਕੇ ਹੀ ਰਹਾਂਗੇ, ਚੱਲਣ ਨਹੀਂ ਦਿੰਦੇ ਚਾਹੇ ਮੋਦੀ ਜੋ ਮਰਜ਼ੀ ਕਰੇ। ਠੀਕ, ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ, ਬਹੁਤ ਸਾਰੇ ਬੁੱਧੀਜੀਵੀ ਇਹ ਵੀ ਗੱਲ ਆਖ ਰਹੇ ਨੇ ਕਿ ਜੋ ਜੈ ਜਵਾਨ ਜੈ ਕਿਸਾਨ ਦਾ ਨਾਰਾ ਸੀ, ਜਿਹੜੇ ਸਰਹੱਦਾਂ ਦੇ ਉੱਤੇ ਜਵਾਨ ਨੇ ਉਹ ਕਿਸਾਨਾਂ ਦੇ ਪੁੱਤ ਨੇ, ਕਿਸਾਨਾਂ ਨਾਲ ਜੁੜੇ ਹੋਏ ਨੇ। ਜੇ ਉਹਨਾਂ ਦੇ ਬਜ਼ੁਰਗ ਸੜਕਾਂ ਦੇ ਉੱਤੇ ਬੈਠੇ ਨੇ ਤੇ ਕੇਂਦਰ ਸਰਕਾਰ ਉਹਨਾਂ ਦੇ ਬਜ਼ੁਰਗਾਂ ਵੱਲ ਧਿਆਨ ਨਹੀਂ ਦਿੰਦੀ, ਇਸ ਨਾਲ ਜਿਹੜੇ ਸਾਡੇ ਸਰਹੱਦਾਂ ਦੇ ਉੱਤੇ ਜਵਾਨ ਡਟੇ ਹੋਏ ਨੇ ਉਹਨਾਂ ਦੇ ਹੌਸਲੇ ਨੂੰ ਸੱਟ ਵੱਜੇਗੀ, ਢਾਲ ਲੱਗੇਗੀ।
ਇਦਾਂ ਵਾਕਿਆ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਜਵਾਨ ਸਰਹੱਦਾਂ ਤੇ ਉਹਨਾਂ ਦੇ ਹੌਸਲੇ ਨੂੰ ਢਾਲ ਲੱਗੇਗੀ ਬਜ਼ੁਰਗਾਂ ਨੂੰ ਸੜਕਾਂ ਉੱਤੇ ਦੇਖ ਕੇ? ਦੇਖੋ ਇਹ ਇੱਕ ਕੁਦਰਤੀ ਹੈ, ਨੈਚੁਰਲੀ ਗੱਲ ਹੈ ਕਿ ਜੇ ਘਰ के भी किसी को तकलीफ हो, अपना बेटा चाहे वो सरहद के पर बैठा हो, बॉर्डर पर बैठा हो, या कहीं बाहर कंट्री के बीच हो, उसके दिमाग में जरूर सट लगेगी कि आज मेरे देश के बीच ये वापर रहा, तो मैं उन्होंने बीच शामिल नहीं है, तो मैं आज इतनी दूर बैठा, मैं अपने परिवार की अपने किसी भी कबीले की जो है मदद नहीं कर सकता, उसको जरूर सट लगेगी चीज़ की, चाहे वो बॉर्डर पर हो। ऐसी कोई बात नहीं है कि वो कहेगा चलो जी जो हो रहा घर के बीच होने दो, ऐसा कोई वो सोचेगा घर के बारे कि यहाँ ये चीज़ नहीं होनी चाहिए है। ਠੀਕ ਹੈ, ਤੁਹਾਡਾ ਕੀ ਨਾਮ ਜੀ? ਮੇਰ ਸਿੰਘ ਹੈ ਜੀ। ਕੀ ਚਾਹੁੰਦੇ ਹੋ ਕਿ ਕੇਂਦਰ ਸਰਕਾਰ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ ਕਿਸਾਨੀ ਲਈ? ਕਾਲੇ ਕਾਨੂੰਨ ਲਾਏ ਜੀ ਨੇ ਵਾਪਸ ਹੋਣੇ ਚਾਹੀਦੇ ਜੀ। ਆ ਮੋਦੀ ਨੂੰ ਕਿਆ ਪਤਾ ਜੀ, ਛੜਾ ਮੋਦੀ ਤੋਂ ਅਸੀਂ ਆਪ ਲੋਕਾਂ ਨੂੰ ਕਰਨਾ ਚਾਹਾਇਓ ਜੈਸਾ ਆਪ ਹੈ। ਟੋਰ ਨਾਲ ਛੜਾ ਮੁੰਡਾ, ਟੋਰ ਨਾਲ ਛੜਾ। ਸੋ ਤੁਹਾਨੂੰ ਕੀ ਲੱਗਦਾ ਕਿ ਜੋ ਇਨਸਾਨ ਛੜਾ ਹੈ ਉਸ ਨੂੰ ਪਰਿਵਾਰ ਦੇ ਖਰਚੇ ਕੀ ਨੇ? ਪਤਾ ਨਹੀਂ ਜੀ, ਕੁਝ ਨਹੀਂ ਆਈਡੀਆ ਹੁੰਦਾ। ਨਾ ਐਸਾ ਕੋਈ ਪਤਾ ਨਹੀਂ ਹੈ ਉਹਨੂੰ। ਹਾਂਜੀ, ਇੱਕ ਬੋਲ ਕੇ ਪ੍ਰਧਾਨ ਬਣ ਗਿਆ ਜੀ ਉਦੋਂ, ਇਹ ਬਣਾ ਨਿੰਦਾ ਨਹੀਂ। ਪਰ ਪ੍ਰਧਾਨ ਮੰਤਰੀ ਉਹਨਾਂ ਦੀ ਪਤਨੀ ਤਾਂ ਹੈਗੀ ਹੈ, ਤੁਹਾਨੂੰ ਪਤਾ ਛੜਾ ਤਾਂ ਆਪਾਂ ਨੂੰ ਨਹੀਂ ਕਹਿ ਸਕਦੇ, ਤੇ ਉਹ ਇਸ ਕਰਕੇ ਹਾਂਜੀ ਇੰਡੀਆ ਨੂੰ ਕਿਆ ਚਲਾਏਗਾ ਜਿਹੜਾ ਆਪਣੀ ਨੂੰ ਨਹੀਂ ਰੱਖ ਸਕਿਆ, ਤੇ ਭੈਣ ਜੋ ਇੰਡੀਆ ਦੇ ਕਿਆ ਕਰੇਗਾ, ਇੰਡੀਆ ਦੇ ਬਾਰੇ ਚ ਕੀ ਕਰੇਗਾ ਉਹ? ਅੱਗ ਪੰਜਾਬ ਚ ਲੱਗ ਰਹੀ, ਮਰ ਰਹੇ ਦਿੱਲੀ ਚ, ਅੰਬਾਲਾ, ਕੁਰਸ਼ੇਤਰ, ਪਾਣੀਪਤ, ਕਰਨਾਲ, ਇਹ ਸ਼ਹਿਰ ਕਿੰਨੇ ਪਏ ਰਸਤੇ 'ਚ? ਕੋਈ ਮਰਿਆ ਨਹੀਂ। ਪਰ ਅਰਵਿੰਦ ਕੇਜਰੀਵਾਲ ਵੀ ਤਾਂ ਵਾਰ-ਵਾਰ ਰੋਲਾ ਪਾਉਂਦੇ ਨੇ ਕਿ ਜਿਹੜਾ ਇੱਥੋਂ ਦਾ ਧੂੰਆਂ ਹੈਗਾ। ਸਰ ਤੂੰ ਹੈ ਦਿੱਲੀ ਤੋਂ ਚੰਡੀਗੜ੍ਹ 2 ਗੱਡੀਆਂ ਚੱਲਦੀਆਂ ਨੇ, ਇਹ ਗੱਡੀ ਮੈਂ ਅੱਜ ਨਵੀਂ ਲਈ ਹੈ, ਉਹ ਧੂੰਆਂ ਬਿਲਕੁਲ ਮਾਰਦੀ ਨਹੀਂ, ਇੱਕ 10 ਸਾਲ ਪੁਰਾਣੀ ਹੈ, ਉਹ ਪੈਸੇ ਮੇਰੇ ਬੋਝੇ 'ਚ ਪਏ ਹੁੰਦੇ ਤਾਂ ਧੂੰਆਂ ਮਾਰਦੀ ਹੈ। ਜੋ 1800 ਰੁਪਈਆ ਉਹਨੇ ਗੱਲੇ 'ਤੇ ਪੈ ਜਾਂਦਾ, ਪਰਚੀ ਕੱਟ ਜਾਂਦੀ, ਫਿਰ ਧੂੰਆਂ ਕਿਤਨਾ ਬੰਦ ਹੁੰਦਾ? ਉਹ ਕਿਹੜੀ ਆਟੋਮੈਟਿਕ ਮਸ਼ੀਨ ਹੈ ਕਿ ਉਹ ਪਰਚੀ ਕੱਟ ਕੇ ਧੂੰਆਂ ਬੰਦ ਹੋ ਜਾਂਦਾ, ਫਿਰ ਪਰਚੀ ਕੱਟ ਸਭ ਦੇ ਪਿੱਛੇ ਲਾ ਦਿਓ, ਧੂੰਆਂ ਬੰਦ ਹੋ ਜੂਗਾ ਆਪਣੇ ਆਪ ਹੀ। ਜੇ ਗੱਡੀ ਇੱਥੋਂ ਜਾਂਦੀ ਹੈ, ਪਰਚੀ ਕੱਟ ਕੇ ਧੂੰਆਂ ਬੰਦ ਹੋ ਜਾਂਦਾ ਹੈ, ਪੈਸੇ ਉਹਨੇ ਗੱਲੇ 'ਚ ਪੈ ਗਏ ਤੇ ਧੂੰਆਂ ਬੰਦ ਹੈ। ਤੇ ਮੈਂ ਕਹਿੰਦਾ ਵੀ ਪਰਚੀਆਂ ਬਣਾ ਦਿਓ, ਹਰ ਗੱਡੀ ਦੇ ਪਿੱਛੇ ਲਾ ਦਿਓ, ਧੂਏ ਦੀ ਮਸ਼ੀਨ ਦੀ ਲੋੜ ਹੀ ਨਹੀਂ, ਧੂੰਆਂ ਬੰਦ ਹੋ ਜਾਏ ਕਰਨਾ ਆਪਣੇ ਆਪ ਹੀ। ਮੈਨੂੰ ਲੱਗਦਾ, ਤੁਹਾਨੂੰ ਕੀ ਲੱਗਦਾ ਫਿਰ ਜਿਹੜੀ ਸਰਕਾਰ ਹੈਗੀ ਹੈ ਉਹ ਕਿਸਾਨਾਂ ਕੋਲੋਂ ਪਰਾਲੀ ਸਾੜਨ ਦੇ ਵੀ ਪੈਸੇ ਭਾਲਦੀ ਹੁਣ? ਉਹਨਾਂ ਕੋਲ ਤਾਂ ਹੋ ਨਵੇਂ ਇਕਵਿਪਮੈਂਟ ਬਣਦੇ ਨੇ, ਉਹਨਾਂ ਨੂੰ ਟੈਕਸ ਮਿਲਦਾ, ਉਹ ਪੈਸਾ ਦਿੰਦੇ ਨੇ, ਉਹਨਾਂ ਨੂੰ ਤੁਹਾਨੂੰ ਸਬਸਿਡੀ ਮਿਲੇਗੀ, ਉਹਨਾਂ ਨੂੰ ਪੈਸਾ ਬੈਨੀਫਿਟ ਮਿਲਦਾ ਹੈ। ਹੁਣ ਗਵਰਨਮੈਂਟ ਨੇ ਮਸ਼ੀਨਾਂ ਦਿੱਤੀਆਂ ਪਰਾਲੀ ਨੂੰ ਸੰਭਾਲਣ ਵਾਸਤੇ, ਉਹ ਜ਼ਿਮੀਂਦਾਰ ਤੋਂ ਪੈਸਾ ਲੈ ਰਹੀਆਂ, ਹਜ਼ਾਰ ਰੁਪਏ ਕਿੱਲੇ ਪਿੱਛੇ ਲੈ ਰਹੀਆਂ, ਜਦ ਕਿ ਗਵਰਨਮੈਂਟ ਨੇ ਐਲਾਨ ਕੀਤਾ ਕਿ 2000 ਰੁਪਏ ਕਿੱਲੇ ਪਿੱਛੇ ਇਹਨਾਂ ਨੂੰ ਉਹ ਦੇਵਾਂਗੇ ਬੋਨਸ। ਦਿਆ ਬਿਲਕੁਲ ਨਹੀਂ, ਕਿਸੇ ਕੁਝ ਨਹੀਂ ਮਿਲਿਆ ਤੁਹਾਨੂੰ ਬੋਨਸ? ਨਹੀਂ, ਮੈਂ ਕਹਿੰਦਾ ਸਾਡੇ ਪੱਲੇ ਤੋਂ ਲੈ ਕੇ ਜਾ ਰਹੇ ਹੋ। ਹੁਣ ਸਾਡਾ ਜਿਹੜਾ ਇਹਨਾਂ ਨੇ ਮੁੱਲ ਰੱਖਿਆ ਵਾ, MSP ਦਾ ਮੁੱਲ ਰੱਖਿਆ ਵਾ 1850 ਰੁਪਏ ਮੱਕੀ ਦਾ, ਨਾ ਆਪਣਾ ਇਹਦਾ ਇਹਦੇ ਝੋਨੇ ਦਾ, ਇਹਦੇ 'ਚ ਵੀ ਕੱਟ ਲਾ ਕੇ ਚੱਕ ਰਹੇ। ਕਿੰਨੀ ਮਿਲ ਰਹੀ ਹੈ ਤੁਹਾਨੂੰ? ਇਹਦਾ 100 ਦਾ ਵੀ 150 ਦਾ ਵੀ ਕਿੰਨੇ ਦਾ ਕੱਟ ਲਾਇਆ ਇਹਨਾਂ ਨੇ। ਹਾਂਜੀ, ਜਿਹੜੀ ਨਰਮਾਈ ਹੈ ਨਾ, ਨਰਮਾਈ ਇਹਨਾਂ ਨੇ ਕੁਝ ਪਰਸੈਂਟ ਰੱਖੀ ਹੈ, ਪਰ ਉਹ ਉਸ ਚੀਜ਼ ਨੂੰ ਮੰਨਦੇ ਨਹੀਂ। ਪਤਾ ਨਹੀਂ ਇਹਨਾਂ ਮਸ਼ੀਨਾਂ ਖਰਾਬ ਨੇ, ਉਹ ਮੇਚਰ ਦੇ ਵਿੱਚ ਇਹ ਮਤਲਬ ਵਿਚਾਰੇ ਕਿਸਾਨ। ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਦੀ ਕਿਸ ਤਰੀਕੇ ਨਾਲ ਹਰੇਕ ਪਾਸੋਂ ਲੁੱਟ ਹੁੰਦੀ ਹੈ। ਕਿਸਾਨ ਜਾਗਰੂਕ ਵੀ ਨੇ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ, ਇੱਕ ਤਾਂ ਉਹਨਾਂ ਨੂੰ ਨਾ ਤਾਂ ਇੱਥੇ ਬੋਨਸ ਮਿਲਦਾ, ਮਜਬੂਰੀ 'ਚ ਉਹਨਾਂ ਨੂੰ ਅੱਗ ਲਾਉਣੀ ਪੈਂਦੀ ਹੈ, ਤੇ ਉੱਤੋਂ ਸੁਣਨ ਨੂੰ ਇਹ ਮਿਲਦਾ ਹੈ ਕਿ ਪੰਜਾਬ ਦੇ ਧੂਏ ਨੇ ਦਿੱਲੀ ਦੇ ਵਿੱਚ ਤਹਿਲਕਾ ਮਚਾ ਦਿੱਤਾ, ਉੱਥੇ ਮੌਤਾਂ ਹੋ ਗਈਆਂ। ਮਤਲਬ ਕਿ ਜਿਹੜਾ ਪੰਜਾਬ ਦਾ ਧੂਆਂ ਹੈ ਉਹ ਅੰਬਾਲੇ ਨਹੀਂ ਰੁਕਦਾ, ਪਾਕਿਸਤਾਨ ਨਹੀਂ ਜਾਂਦਾ, ਜਿਹੜੇ ਹੋਰ ਇੱਥੇ ਜੰਮੂ ਕਸ਼ਮੀਰ ਹੈ ਉਧਰਲੇ ਪਾਸੇ ਨਹੀਂ ਜਾਂਦਾ, ਇਹ ਹਰ ਵਾਰੀ ਦਿੱਲੀ ਹੀ ਕਿਉਂ ਚਲਾ ਜਾਂਦਾ ਹੈ, ਇਹ ਵੀ ਵੱਡਾ ਸਵਾਲ ਹੈਗਾ। ਪਰ ਨਾਲ ਇੱਕ ਵੱਡੀ ਗੱਲ ਉਹਨਾਂ ਨੇ ਇਹ ਆਖੀ ਹੈ ਕਿ ਜਿਹੜੀ ਗੱਡੀਆਂ ਪੁਰਾਣੀਆਂ ਇੱਥੇ ਪੋਲੂਸ਼ਨ ਫੈਲਾਉਂਦੀਆਂ ਨੇ, ਤੇ ਜੇ ਸਰਕਾਰ ਨੂੰ ਪੈਸੇ ਦੀ ਪਰਚੀ ਕਟਾ ਦੇਣ ਤਾਂ ਉਹ ਪੋਲੂਸ਼ਨ ਖਤਮ ਹੋ ਜਾਂਦਾ ਹੈ। ਕੀ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪੈਸਿਆਂ ਦੇ ਨਾਲ ਹੀ ਪੋਲੂਸ਼ਨ ਖਤਮ ਹੁੰਦਾ ਹੈ? ਇਸ ਕਰਕੇ ਕਿਸਾਨਾਂ ਨੂੰ ਜਾਣ ਕੇ ਬਦਨਾਮ ਕਰਨ ਦੀਆਂ ਜਿਹੜੀਆਂ ਸਰਕਾਰ ਦੀਆਂ ਚਾਲਾਂ ਨੇ, ਉਸ ਤੋਂ ਵੀ ਜਿਹੜੇ ਕਿਸਾਨ ਹੈਗੇ ਨੇ ਉਹ ਜਾਗਰੂਕ ਹੈਗੇ ਨੇ। ਹੋਰ ਵੀ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਬਲਜਿੰਦਰ ਸਿੰਘ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਿੱਲੀ ਗਏ, ਧਰਨੇ ਉੱਤੇ ਬੈਠੇ, ਉੱਥੇ ਉਸ ਧਰਨੇ ਨੂੰ ਤੁਸੀਂ ਕੀ ਦੇਖਦੇ ਹੋ? ਕਿ ਲੱਗਦਾ ਹੈ ਕਿ ਉਸ ਧਰਨੇ 'ਚ ਕੁਝ ਨਿਕਲ ਕੇ ਆਊਗਾ? ਉਸ ਪਿੱਛੇ ਦਾ ਜੀ ਆਪਾਂ ਨੂੰ ਕੋਈ ਜਾਣਕਾਰੀ ਨਹੀਂ, ਵੈਸੇ ਨਾ ਗਏ ਨਾ ਆਪਾਂ ਇਹੋ ਜਿਹੀ ਪਾਰਟੀਆਂ ਦੇ ਸੰਬੰਧ ਹੈ, ਆਪਾਂ ਤਾਂ ਜ਼ਿਮੀਂਦਾਰੇ ਕੇ ਕਿਸਾਨ ਯੂਨੀਅਨ ਵਾਲੇ ਬੰਦੇ ਆ। ਪਰ ਕਿਉਂਕਿ ਮਸਲਾ ਜਿਹੜਾ ਹੈਗਾ ਅਖੀਰ ਦੇ ਵਿੱਚ ਜਦੋਂ ਟੇਬਲ ਦੇ ਉੱਤੇ ਬੈਠ ਕੇ ਹੋਣਾ ਹੈ, ਉਦੋਂ ਸਿਆਸੀ ਪਾਰਟੀਆਂ ਨਹੀਂ ਬੈਠ ਕੇ ਨਵਾਂ ਕਾਨੂੰਨ ਵੀ ਲਿਆਉਣਾ ਜਾਂ ਸੋਧ ਕਰਨੀ ਹੈ, ਬੜਾ ਕੁਝ ਹੁੰਦਾ ਹੈ। ਕਿਉਂਕਿ ਕਿਸਾਨ ਜਥੇਬੰਦੀਆਂ ਦੀ ਟੇਕ ਸਰਕਾਰਾਂ ਦੇ ਉੱਤੇ ਹੈ, ਦਬਾਅ ਵੀ ਕਿਸਾਨ ਜਥੇਬੰਦੀਆਂ ਨੇ ਸਰਕਾਰਾਂ ਦੇ ਉੱਤੇ ਬਣਾਇਆ ਹੋਇਆ ਹੈ। ਤੁਹਾਨੂੰ ਲੱਗਦਾ ਹੈ ਕਿ ਸਰਕਾਰ ਸਹੀ ਦਿਸ਼ਾ ਵੱਲ ਚੱਲ ਰਹੀ ਹੈ? ਸਰਕਾਰਾਂ ਮੰਨ ਨਹੀਂ ਨਾ ਰਹੀਆਂ, ਜੇ ਦਾਬ ਮੰਨਣਾ ਫਿਰ ਤਾਂ ਕੰਮ ਸਾਰੇ ਹੋਆ। ਇੱਕ ਦੇਖੋ ਆਪਾਂ ਕਿਸੇ ਜ਼ਿਮੀਂਦਾਰ ਨਾਲ ਕਿਤੇ ਵਿਆਹ ਕਰਨਾ ਹੈ, ਕੁਛ ਕਰਨਾ, ਵਿਆਜ ਤਾਂ ਦੁੱਗਣੇ ਹੈ, ਤੋ ਗੱਡੀ ਲੈਣੀ ਹੈ, ਗੱਡੀ ਲੈ ਤਾਂ ਲਈ ਬੰਦੇ ਨੇ,
70,000 ਕਾਪੀ ਪਰ ਲੱਗ ਰਿਹਾ। ਇਹ रोड टैक्स होर जलाता है, रोड के ऊपर लाता है गब्बे पूरे, फिर पर्ची कटानी पैंती 70 की। फिर आ गया दूसरा, मोदी ने पहला तंग करे जी नोटबंदी पीछे, दुनिया ने जिमीदार लाइना में लग लग के 5-5 हज़ार रुपया मिले। क्या हुआ जिमीदार का 5 हज़ार घट्टो घट्ट एक बार में जिमीदार को लाख रुपया मिले तो खर्चा। दूसरे बारी में जी फिर इन्हें इब सबसिडियाँ पाइया, अद्धी अद्धियाँ पाइया, अद्धी अद्धियाँ छड़ दियाँ। महकमे ने कह के जी इन्होंने आप फोन करते रहे भी सुपर सीटर लियो, पराली ਵੱਢਣੇ वाली मशीन लियो, भी अपने धुआं ना ਠਾਲੋ। चलो मन रहे उन्होंने गल भी धुआं नहीं ठल सकते आप। तो ਜਿਹੜੀਆਂ ਮਸ਼ੀਨਰੀਆਂ ਇਹਨਾਂ ਨੇ ਜਾ ਕੇ ਮਾਰੇ ਘਰਾਂ ਖੜਬੂ ਤਾਰੇ हैं आ मोहाली ਜ਼ਿਲ੍ਹੇ वाले ਖੇਤੀਬਾੜੀ ਦਫ਼ਤਰ ਵਾਲਿਆਂ ਨੇ। तो ਇਹਨਾਂ की 75 सबसिडियाँ ਹੋਈਆਂ, 75 में 52 ਦਿੰਆਂ ਇਹਨਾਂ ਨੇ, बाकी खा गए जी। और राजा क्यों ने राजा अपना मोदी क्यों नहीं दवा रहा? मोदी इस चीज़ को क्यों नहीं दवा रहा? राजा भी कवे ਲੱਗਦਾ ਕਿ ਜਿਹੜਾ ना जी ना, सारे जिले में खा गया, सारे जिले में पूरी किते नहीं मिली। जिस बाई के 4 किले हैं उन्हें 2.25 लाख रुपये का सुपर सीटर ला लिया, 12-13 लाख की मशीन पराली इकट्ठी करने वाली ले ली मान लो। तो उसकी सबसिडी नहीं पै रही, उसका क्या मन करे, उसका टीका लग गया बड़ा, उसका छाती में दर्द हो रहा। पहला कराया नोटबंदी पीछे, फिर कराया जिमीदारों को पराली पीछे, ये भी वो नवा सैपा ठोक दिया। होर ने नवे कानून ते कानून एक ते 2 लागू जी करते, 2 गद्द विचाले पे इन्हां के पता। मैनूं कुछ नहीं लग रहा, मारे तो दिमाग डैड। ਕਿਸਾਨਾਂ ਦਾ ਅੰਦੋਲਨ ਜਿਹੜਾ ਹੈਗਾ, ਜਿਹੜੀ ਇੱਥੇ ਅੱਗ ਪੱਕੀ ਹੋਈ ਹੈ, ਉਸ ਦਾ ਸੇਕ ਜਿਹੜਾ ਹੈਗਾ, ਕਿਸਾਨੀ ਅੰਦੋਲਨ ਦਾ ਸੇਕ ਦਿੱਲੀ ਨੂੰ ਲੱਗੇਗਾ। हाँ जी, ਕਿਸਾਨੀ ਅੰਦੋਲਨ ਦਾ 500 ਕਿਲੋਮੀਟਰ है जी मारे दे, ਨਹੀਂ, ਕਿਸਾਨੀ ਅੰਦੋਲਨ ਦਾ ਸੇਕ 250 ਕਿਲੋਮੀਟਰ। ਕਿਸਾਨ ਕੱਲ ਨੂੰ ਦਿੱਲੀ ਘੇਰਨਗੇ। हाँ जी, ਮੈਂ ਕਿਹਾ ਕਿਸਾਨੀ ਅੰਦੋਲਨ ਦਾ ਸੇਕ ਦਿੱਲੀ ਨੂੰ ਲੱਗੇਗਾ, ਕਿਸਾਨ ਦਿੱਲੀ ਘੇਰਨਗੇ। इब उरे ते जब अंत आ गया, दिल्ली जावेंगे, दिल्ली तो फिर सेक लगेगा। जब दिल्ली जाके अग बालेंगे, किसी ना किसी ने तो बालेंगे। पहला जिमीदार ट्रैक्टर फूके अपने उत्थे ला, उत्थे कर लेंगे वही काम जाके। मोदी ने तो दसेंगे, ऐसी गल नहीं। मोदी को अपना आप सुझाओ समारना चाहिए भी मेरी गल जनता किस तरह लगेगी। पर जमा कन्ना ते बोला, अखां दे अंधा, उन्होंने पता ही नहीं भी बच्चों की क्या पढ़ाई हुआ ना, उसका बच्चे स्कूलों का कितना खर्चा, जिमीदार के डीजल का कितना खर्चा। ਬਿਲਕੁਲ ਜੀ। आई भी इन्होंने 2 महीने के विच मारिया 25-30 रुपये लीटर चक के, 70-70 के उपर टपाया वामन लगती है। दसो जिमीदार कितने ते भरेगा इन्ना कुछ? अच्छा, ये क्यों नहीं कणकों पर सबसिडियाँ भेज रहे, जब पूरे जिमीदारों की बिजी गई ये सबसिडियाँ आ गई। ये भी ना कणक आ गई देने भी सबसिडी पर देवांगे। आ परसों फोन आया मेरे को, कल सबसिडी पर कणक आ रही, कणक बिजी हो गए 12 दिनों दिन। दसो जिमीदार कितने जाएंगे? यूरिया की शॉर्ट कर रहा, जानबूझ के कर रहा है। देखिए जिमीदार किस तरह भजेंगे, जिमीदारों ने 1-2 चढ़ रही, एक उतर रही। सब मोदी की चाल है जी, वो चाल मार जा रहा। ਠੀਕ ਹੈ। बस यही कुछ हो रहा। ਸੋ ਤੁਸੀਂ ਸੁਣਿਆ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਚਾਲ ਦੱਸ ਰਹੇ ਨੇ ਉਹਨਾਂ ਨੂੰ। ਕਿਸਾਨਾਂ ਦੀਆਂ ਤੁਸੀਂ ਗੱਲਾਂ ਸੁਣੀਆਂ ਕਿ ਕਿਸਾਨ ਕੀ ਚਾਹੁੰਦੇ ਨੇ, ਪਰ ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ਦੇ ਲਈ ਖੇਤੀ ਕਾਨੂੰਨ ਲੈ ਕੇ ਆਉਂਦੀ ਹੈ, ਕਿਸਾਨਾਂ ਦੀ ਉਸ ਵਿੱਚ ਕੋਈ ਸੁਣੀ ਨਹੀਂ ਜਾਂਦੀ। ਇਸ ਕਰਕੇ ਕਿਸਾਨ ਕਹਿੰਦੇ ਨੇ ਸਾਨੂੰ ਇਹ ਖੇਤੀ ਕਾਨੂੰਨ ਪ੍ਰਵਾਨ ਨਹੀਂ ਹੈਗੇ। ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈਗੀ ਹੈ ਉਸ ਨੂੰ ਲਾਗੂ ਕੀਤਾ ਜਾਵੇ। ਕਿਸਾਨ ਚਾਹੁੰਦੇ ਨੇ ਉਹਨਾਂ ਨੂੰ ਫਸਲਾਂ ਦਾ ਬਣਦਾ ਮੁੱਲ ਮਿਲੇ ਤਾਂ ਜੋ ਉਹਨਾਂ ਦੇ ਜਿਹੜੇ ਖਰਚੇ ਹੈਗੇ ਨੇ ਉਹ ਨਿਕਲ ਸਕਣ। ਪਰ ਦੂਜੇ ਪਾਸੇ ਸਮੇਂ ਦੀਆਂ ਸਰਕਾਰਾਂ ਕਿਸਾਨੀ ਵੱਲ ਧਿਆਨ ਨਹੀਂ ਦਿੰਦੀਆਂ ਆਈਆਂ ਤੇ ਹਾਲੇ ਵੀ ਨਹੀਂ ਦੇ ਰਹੀਆਂ। ਅੱਜ ਇੱਥੇ ਜਿਹੜੇ ਸਾਬਕਾ ਫੌਜੀ ਨੇ ਉਹ ਵੀ ਇੱਥੇ ਕਿਸਾਨਾਂ ਦੇ ਸਮਰਥਨ ਲਈ ਆਏ ਹੋਏ ਨੇ, ਬਹੁਤ ਸਾਰੇ ਕਲਾਕਾਰ ਵੀ ਇੱਥੇ ਆਏ ਹੋਏ ਨੇ, ਕਿਸਾਨ ਜਥੇਬੰਦੀਆਂ ਦੇ ਆਗੂ ਵੀ ਆਏ ਹੋਏ ਨੇ, ਕਿਸਾਨਾਂ ਦਾ ਇੱਥੇ ਉਹ ਸੰਬੋਧਨ ਵੀ ਕਰ ਰਹੇ ਨੇ ਉਹਨਾਂ ਨੂੰ। ਸੋ ਇਹ ਜਿਹੜਾ ਕਿਸਾਨੀ ਅੰਦੋਲਨ ਹੈਗਾ ਇਹ ਕਿੰਨਾ ਕੁ ਹੋਰ ਲੰਮਾ ਸਮਾਂ ਚੱਲੇਗਾ ਇਹ ਵੀ ਦੇਖਣਾ ਹੋਏਗਾ ਤੇ ਕੇਂਦਰ ਸਰਕਾਰ ਕੀ ਕਿਸਾਨਾਂ ਦੀਆਂ ਮੰਗਾਂ ਮੰਨੇਗੀ ਜਾਂ ਆਪਣੇ ਅੜੀਅਲ ਰਵੱਈਏ ਉੱਤੇ ਰਹੇਗੀ। ਕਿਸਾਨੀ ਅੰਦੋਲਨ ਕੀ ਨਵਾਂ ਮੋੜ ਲੇਗਾ ਇਹ ਵੀ ਦੇਖਣਾ ਦਿਲਚਸਪ ਹੋਵੇਗਾ। ਲਗਾਤਾਰ ਟੋਲ ਪਲਾਜ਼ਾ ਦੇ ਉੱਤੇ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ। ਕਿਸਾਨ ਭਰਾਵਾਂ ਦਾ ਮਨੋਰੰਜਨ ਕਰਨ ਲਈ, ਉਹਨਾਂ ਦਾ ਸਮਰਥਨ ਕਰਨ ਦੇ ਲਈ ਇੱਥੇ ਕਲਾਕਾਰ ਵੀ ਪੁੱਜ ਰਹੇ ਨੇ, ਬੁੱਧੀਜੀਵੀ ਵੀ ਪੁੱਜ ਰਹੇ ਨੇ। ਮੇਰੇ ਮਗਰ ਤੁਸੀਂ ਦੇਖ ਸਕਦੇ ਹੋ ਭਗਤ ਆਸਾ ਰਾਮ ਦੇ ਚੇਲਿਆਂ ਦੇ ਵੱਲੋਂ ਇੱਥੇ ਪੁਆਧੀ ਭਾਸ਼ਾ ਦੇ ਵਿੱਚ ਆਪਣੇ ਸੱਭਿਆਚਾਰ ਨੂੰ ਜਿਉਂਦੇ ਰੱਖਦੇ ਹੋਏ ਮਨੋਰੰਜਨ ਕੀਤਾ ਜਾ ਰਿਹਾ ਹੈ ਤੇ ਕਿਸਾਨ ਭਰਾ ਉਹਨਾਂ ਦਾ ਆਨੰਦ ਵੀ ਲੈ ਰਹੇ ਨੇ, ਲੁਤਫ ਵੀ ਲੈ ਰਹੇ ਨੇ। ਇਹ ਸਾਡਾ ਸੱਭਿਆਚਾਰ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪੁਆਧੀ ਭਾਸ਼ਾ ਦੇ ਵਿੱਚ ਉਹ ਇੱਥੇ ਕਿਸਾਨ ਭਰਾਵਾਂ ਦਾ ਮਨੋਰੰਜਨ ਕਰ ਰਹੇ ਨੇ, ਸਮਰਥਨ ਕਰ ਰਹੇ ਨੇ। ਭਗਤ ਆਸਾ ਰਾਮ ਹੋਰਾਂ ਦਾ ਡੇਰਾ ਸੁਹਾਣਾ ਦੇ ਵਿੱਚ ਹੈ।
लंजा जा दिखे शरीर बेली हो लंबा लंजा जा कहे अर्जुन हो अज अपना अर्जुन की गल जंग होना कहे जंग के बिच हार नजर आती है उधर एक पासा कैरवा की ढाणी खड़ी है कौन सकनी दशासन दुर्योधन कर्ण ਇਹ ਸਾਕਨੀ ਦਾ ਜਿਹੜਾ ਬਹੁਤ ਖਰਾਬ ਆਦਮੀ ਦਾ ਚੁਗਲ ਵਾਸਤਾ ਉਹ ਦੁਰਯੋਧਨ ਨੂੰ ਕਹਿਣ ਲੱਗਿਆ ਕਹੇ ਓਏ ਭੈਣ ਜੇ ਕਹੇ ਦੇਖ ਬਾਹਮਣ ਮਾਰੇ ਘਰ ਕਾ ਖਾਹਾ ਕਹੇ ਵਡਿਆਈ ਪਾਂਡਵਾਂ ਕੀ ਪੈਰਾਂ ਮੰਦੋ ਮਾਰੇ ਹੈ ਜੀ ਅੱਗੇ ਖੜੇ ਆ ਗੁਰੂ ਦਰੋਣ ਲੱਗਾ ਬਾਣੇ ਅਰਜਨ ਨੇ ਪੈਰਾਂ ਮੰਦੋ ਮਾਰੇ ਹੈ ਜੀ ਮਹਾਨ ਹੋ
हाथी जी के सिर पर छोटे अली सदर रख ले रथ मां सारे हैं ये अर्जन ने एक पासे ते दाढ़ी एक पासे ते मुछां चूड़ा और शास्त्र कुछ नहीं छड्या पैरवां का सब कुछ समेट दिया हे आसाराम बराट नूं ਹੋ ਯਾਰ ਜਿਹੜੇ ਆਖਦਾ ਉੱਤਰ ਗਵਾਰ ਨੂੰ ਸਾਡਾ ਲੱਗਿਆ ਬੇਪੇ ਤੈਨੂੰ ਸਾਡਾ ਲੱਗਿਆ ਬੇਪੇ ਤਾਂ ਅਰਜਨ ਤੇ ਬਹਿੰਦਰ ਬਣ ਗਿਆ ਓ ਮੈਂ ਤਾਂ ਅਰਜਨ ਤੇ ਬਹਿੰਦਰ ਬਣ ਗਿਆ ਗੱਲਾਂ ਕੁੱਲ ਜਾਣੇ ਪੇਨ ਰੇ ਓ ਗੱਲਾਂ ਕੁੱਲ ਜਾਣੇ ਪੇਨ ਰੇ ਓ ਪੀਰ ਓ ਪੀਰ ਬੱਲਵੇ ਭੀਮ ਨੂੰ ਆਖਦੇ ਹੋ ਉੱਚਾ ਲੰਬਾ ਜਿਸਕਾ ਬੇਲ ਬੇਦ ਉੱਚਾ ਲੰਬਾ ਜਿਸਕਾ ਬੇਲ ਬੇਦ ਧਰਤੀ ਪਟ ਬਤਾੜ ਬਜਾਮੜਾ ਓ ਧਰਤੀ ਪਟ ਬਤਾੜ ਬਜਾਮੜਾ ਮਾਰੇ ਜਦੋਂ ਗਦਾ ਤੇ ਪੇਜ ਮਾਰੇ ਜਦੋਂ ਗਦਾ ਵੇ ਵੇ 88 ਬਣ ਪੱਕੇ ਕੀ ਗਦਾ ਬਤਾ ਦੇ ਬਨੂੜ ਤੋਂ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਮਨ ਮੋਹਜਾਲ ਦੀ ਰਿਪੋਰਟ ਹਮਦਰ ਟੀਵੀ।